हम ना सकत कर सिफत तुम्हारी, आप लिहो तुम कथा सुधारी। सतनाम श्री वाहिगुरु साहिब जी। दोहरा पुन एक दिन गमने सबा, नंदन श्री हर राय। रावण मह शाह टिग, बैठे ऊंची थाए। वाहिगुरु जी का खालसा, वाहिगुरु जी की फतेह। परम सन्मानयोग सत्कारयोग गुरु खालसा साध संगत जी, आप जी अत्यंत वਡਭਾਗੇ हो जो कि सतगुरु गरीब नवाज सच्चे पातशाह महाराज साहब श्री गुरु ग्रंथ साहब जी की पवित्र पावन हजूरी च संध्या के दीवाना दीयां हाजरियां भर रहे हो। ਅੰਮ੍ਰਿਤਮਈ ਸੋਦਾ ਰਹਿਰਾਜ ਸਾਹਿਬ ਜੀ ਦੇ ਪਾਠ ਪਰ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਗੁਰੂ ਕੀ ਬਾਣੀ ਦਾ ਅਖੁੱਟ ਖਜ਼ਾਨਾ ਬਖਸ਼ਿਸ਼ ਕੀਤਾ ਹੈ। ਖਾਵਹਿ ਖਰਚਹਿ ਰਲ ਮਿਲ ਭਾਈ, ਤੋਟ ਨ ਆਵੈ ਵੱਧੋ ਜਾਈ। ਜਿੰਨਾ ਵੀ ਗੁਰੂ ਖਾਲਸਾ ਗੁਰੂ ਕਾ ਪੰਥ ਇਸ ਖਜ਼ਾਨੇ ਨੂੰ ਵਰਤਦਾ ਹੈ, ਉਨਾ ਹੀ ਹੋਰ ਅਮੀਰ ਹੋ ਜਾਂਦਾ ਹੈ। ਇਹ ਖਰਚਿਆਂ ਘਟਦਾ ਨਹੀਂ। ਬਾਕੀ ਜਿੰਨੇ ਖਜ਼ਾਨੇ ਹਨ ਉਹ ਖਰਚਣ ਨਾਲ ਘਟ ਜਾਂਦੇ ਹਨ, ਪਰ ਗੁਰਬਾਣੀ ਦਾ ਇਹ ਖਜ਼ਾਨਾ ਖਰਚਣ ਨਾਲ ਵੱਧਦਾ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਡੇ ਮਨਾਂ ਵਿੱਚ ਗੁਰਬਾਣੀ ਦਾ ਪਿਆਰ, ਗੁਰਬਾਣੀ ਦਾ ਅਭਿਆਸ ਹੋਰ ਵਧੇ। ਧੰਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੀ ਪਾਵਨ ਕਥਾ ਆਪ ਜੀ ਸਰਵਣ ਕਰ ਰਹੇ ਹੋ। ਜਦੋਂ ਬਾਬਾ ਰਾਮ ਰਾਏ ਜੀ ਦਿੱਲੀ ਵਿੱਚ ਗਏ ਹਨ, ਬਾਦਸ਼ਾਹ ਔਰੰਗਜ਼ੇਬ ਨੂੰ ਬੇਅੰਤ ਕਰਾਮਾਤਾਂ ਸ਼ਕਤੀਆਂ ਦਿਖਾਈਆਂ ਹਨ। ਉਹ ਕਥਾ ਸਾਧ ਸੰਗਤ ਜੀ ਆਪ ਪ੍ਰੇਮ ਨਾਲ ਸਰਵਣ ਕਰੋ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੁਨ ਇੱਕ ਦਿਨ ਗਮਨੇ ਸਭਾ, ਇੱਕ ਦਿਨ ਫਿਰ ਬਾਬਾ ਰਾਮ ਰਾਏ ਜੀ ਕਚਹਿਰੀ ਵਿੱਚ ਗਏ ਹਨ। ਨੰਦਨ ਸ਼੍ਰੀ ਹਰ ਰਾਏ, ਜੋ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਸਪੁੱਤਰ ਬਾਬਾ ਰਾਮ ਰਾਏ ਜੀ ਰਾਵਣ ਮਹਿ ਸ਼ਾਹ ਢਿੱਗ, ਬਾਦਸ਼ਾਹ ਦੀ ਕਚਹਿਰੀ ਵਿੱਚ, ਬਾਦਸ਼ਾਹ ਦੇ ਉਮਰਾਵਾਂ ਵਿੱਚ ਬੈਠਿਓ ਉੱਚੀ ਥਾਏ। ਸਾਰਿਆਂ ਤੋਂ ਉੱਚੀ ਚੌਂਕੀ ਤੇ ਬੈਠ ਗਏ ਹਨ। ਚਾਪਈ ਪੂਰਬ ਦੁਸ਼ਟਨ ਸ਼ਾਹ ਸਿਖਾਇਓ, ਕਹਿੰਦੇ ਅੱਜ ਦੁਸ਼ਟ ਕਾਜੀਆਂ ਨੇ ਬਾਦਸ਼ਾਹ ਨੂੰ ਨਵਾਂ ਪਾਠ ਪੜ੍ਹਾਇਆ ਹੈ। ਹਰ ਰੋਜ਼ ਕੋਈ ਨਾ ਕੋਈ ਟੰਟਾ ਖੜਾ ਕਰਕੇ ਰੱਖਦੇ ਸਨ। ਅੱਜ ਇਹਨਾਂ ਨੇ ਬਾਦਸ਼ਾਹ ਨੂੰ ਇਹ ਸਿਖਾ ਦਿੱਤਾ ਹੈ। ਸ਼੍ਰੀ ਨਾਨਕ ਨਿਜ ਸ਼ਬਦ ਬਨਾਇਓ, ਕਿ ਗੁਰੂ ਨਾਨਕ ਦੇਵ ਜੀ ਨੇ ਜੋ ਆਪਣੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਉਚਾਰਨ ਕੀਤੀ ਹੈ, ਤਿਸ ਮਹਿ ਕਹਿਓ ਤੁਰਕ ਮਤ ਖੰਡਨ, ਉਹਦੇ ਵਿੱਚ ਸ਼ਲੋਕਾਂ ਦੇ ਵਿੱਚ ਤੁਰਕਾਂ ਦੀ ਮਤ ਦਾ ਖੰਡਨ ਕੀਤਾ ਹੈ। ਗੁਰੂ ਨਾਨਕ ਦੇਵ ਜੀ ਨੇ ਤੁਰਕਾਂ ਦੇ ਮਤ ਦਾ ਖੰਡਨ ਕਰਕੇ ਤੁਰਕਾਂ ਨੂੰ ਨੀਵਾਂ ਦਿਖਾਇਆ ਹੈ। ਹਿੰਦੂਆਂ ਮਤ ਕੋ ਕੀਨ ਸਮੰਡਨ, ਔਰ ਹਿੰਦੂਆਂ ਦੇ ਮਤ ਦਾ ਮੰਡਨ ਕੀਤਾ ਹੈ। ਹਾਲਾਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਸੇ ਵੀ ਧਰਮ ਦਾ ਖੰਡਨ ਨਹੀਂ ਕੀਤਾ ਗੁਰਬਾਣੀ ਵਿੱਚ, ਸਿਰਫ ਤੇ ਸਿਰਫ ਪਖੰਡ ਦਾ ਖੰਡਨ ਕੀਤਾ ਹੈ। ਕਿਸੇ ਧਰਮ ਨੂੰ ਮਾੜਾ ਨਹੀਂ ਕਿਹਾ, ਕਿਸੇ ਧਰਮ ਦੀ ਆਸਥਾ ਨੂੰ ਨਹੀਂ ਨਿੰਦਿਆ, ਪਰ ਜੇ ਕੋਈ ਵਹਿਮਾਂ ਭਰਮਾਂ 'ਚ ਪਿਆ ਹੋਵੇ, ਪਖੰਡ ਕਰ ਰਿਹਾ ਹੋਵੇ, ਅਗਿਆਨਤਾ 'ਚ ਠੇਡੇ ਖਾ ਰਿਹਾ ਹੋਵੇ, ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਹਨੂੰ ਰਸਤਾ ਦਿਖਾਇਆ ਹੈ। ਪਰ ਅਗਿਆਨੀ ਲੋਕ, ਮੂਰਖ ਲੋਕ ਇਹ ਸਮਝ ਲੈਂਦੇ ਆ ਵੀ ਸਾਡੇ ਧਰਮ 'ਤੇ ਅਟੈਕ ਕੀਤਾ ਹੈ। ਗੁਰੂ ਨਾਨਕ ਦੇਵ ਜੀ ਨੇ ਕਿਸੇ ਧਰਮ ਦਾ ਖੰਡਨ ਨਹੀਂ ਕੀਤਾ, ਕੇਵਲ ਤੇ ਕੇਵਲ ਪਖੰਡ ਦਾ ਖੰਡਨ ਕੀਤਾ ਹੈ। ਕਾਜੀ ਮੁਲਾਣੇ ਜਿਹੜੇ ਹਨ ਸਾਧ ਸੰਗਤ ਜੀ, ਉਹ ਬਾਦਸ਼ਾਹ ਨੂੰ ਕਹਿ ਰਹੇ ਨੇ ਕਿ ਬਾਬੇ ਨਾਨਕ ਨੇ ਆਪਣੀ ਬਾਣੀ 'ਚ ਇਸਲਾਮ ਦਾ ਖੰਡਨ ਕੀਤਾ ਹੈ। ਪ੍ਰਥੀ ਬਿਖੈ ਜੋ ਤੁਰਕ ਦਫਨਾਵਾ, ਜੋ ਮੁਸਲਮਾਨ ਮਰ ਜਾਂਦੇ ਹਨ ਤੇ ਉਹਨਾਂ ਦੀ ਲਾਸ਼ ਨੂੰ ਕਬਰ ਦੇ ਵਿੱਚ ਦੱਬਦੇ ਹਨ, ਸੋ ਪੀ ਜਰਹ ਅਗਨ ਦਿਪਤਾਵਾ, ਬਾਬੇ ਨਾਨਕ ਨੇ ਆਖਿਆ ਉਹ ਵੀ ਸੜ ਜਾਂਦੇ ਹਨ। ਮੁਸਲਮਾਨਾਂ ਦਾ ਅਕੀਦਾ ਇੱਕ ਇੱਦਾਂ ਦਾ ਬਣਿਆ ਹੋਇਆ ਹੈ। ਉਹ ਕਹਿੰਦੇ ਹਨ ਵੀ ਜਦੋਂ ਅਸੀਂ ਮੁਰਦੇ ਨੂੰ ਕਬਰਾਂ ਵਿੱਚ ਦੱਬ ਕੇ ਆਉਂਦੇ ਹਾਂ, ਦਫਨਾ ਕੇ ਆਉਂਦੇ ਹਾਂ, ਤਾਂ ਉਹਦੇ ਕੋਲ ਦੋ ਫਰਿਸ਼ਤੇ ਆਉਂਦੇ ਹਨ, ਜਬਰਾਈਲ ਤੇ ਅਜਰਾਈਲ।
ਉਹ ਫਰਿਸ਼ਤੇ ਆ ਕੇ ਉਸ ਬੰਦੇ ਨੂੰ ਕਹਿੰਦੇ ਹਨ ਵੀ ਤੂੰ ਹਜ਼ਰਤ ਮੁਹੰਮਦ ਸਾਹਿਬ ਜੀ ਨੂੰ ਮੰਨਦਾ ਹੈ? ਜੇ ਉਹ ਕਵੇ ਹਾਂ ਮੈਂ ਮੰਨਦਾ ਹਾਂ, ਤਾਂ ਉਹਦੀ ਕਬਰ ਨੂੰ 70 ਗਜ ਚੌੜਾ ਕਰ ਦਿੰਦੇ, ਖੁੱਲ੍ਹਾ ਕਰ ਦਿੰਦੇ ਹਨ ਅਤੇ ਕਹਿੰਦੇ ਨੇ ਵੀ ਕਿਆਮਤ ਦੇ ਦਿਨ ਤੱਕ ਤੂੰ ਆਰਾਮ ਨਾਲ ਸੁੱਤਾ ਰਹੋ। ਜਿਸ ਦਿਨ ਕਿਆਮਤ ਆਵੇਗੀ ਉਸ ਦਿਨ ਸਾਰੇ ਮੁਰਦੇ ਜ਼ਿੰਦਾ ਹੋ ਜਾਣਗੇ ਅਤੇ ਉਹ ਅੱਲਾ ਦੇ ਦਰਬਾਰ ਵਿੱਚ ਪੇਸ਼ ਹੋਣਗੇ। ਫਿਰ ਉਹਨਾਂ ਦੇ ਕਰਮਾਂ ਦਾ ਹਿਸਾਬ ਹੋਵੇਗਾ। ਚੰਗੇ ਕਰਮਾਂ ਵਾਲਿਆਂ ਨੂੰ ਜੰਨਤ ਨਸੀਬ ਹੋਵੇਗੀ, ਮਾੜੇ ਕਰਮਾਂ ਵਾਲੇ ਦੋਜ਼ਖ ਵਿੱਚ ਜਾਣਗੇ। ਇਹ ਇਸਲਾਮ ਦਾ ਵਿਚਾਰ ਹੈ। ਔਰ ਜਿਹੜੇ ਬੰਦੇ ਕਬਰ ਦੇ ਵਿੱਚ ਉਹਨਾਂ ਚਿਰ ਸੁੱਤੇ ਰਹਿਣਗੇ, ਉਹ ਜਿਹੜਾ ਟਾਈਮ ਹੈ, ਉਹ ਸਮਾਂ ਹੈ, ਉਹਨੂੰ ਬਰਜ਼ਖ ਦਾ ਸਮਾਂ ਕਹਿੰਦੇ ਹਨ। ਬਰਜ਼ਖ ਦਾ ਸਮਾਂ ਸੌਖਾ ਲੰਘ ਜਾਵੇ, ਇਸ ਕਰਕੇ 70 ਗਜ ਕਬਰ ਖੁੱਲ੍ਹੀ ਅਤੇ ਚੌੜੀ ਕਰ ਦਿੱਤੀ ਜਾਂਦੀ ਹੈ ਅਤੇ ਮੁਰਦਾ ਉਹਨਾਂ ਚਿਰ ਉਸ ਕਬਰ 'ਚ ਸੁੱਤਾ ਰਹਿੰਦਾ ਹੈ। ਜੇ ਕਿਸੇ ਮੁਰਦੇ ਦੇ ਅੰਗ ਸਾਬਤ ਨਾ ਹੋਣ, ਕੋਈ ਅੰਗ ਘੱਟ ਵੱਧ ਜਾਵੇ, ਜਿਸ ਦਿਨ ਕਿਆਮਤ ਆਵੇਗੀ ਅੱਲਾ ਉਹਨੂੰ ਪੁੱਛੇਗਾ ਤੇਰਾ ਅੰਗ ਕਿੱਥੇ ਹੈ? ਤੇਰੇ ਸਰੀਰ ਦਾ ਹਿੱਸਾ, ਪਾਰਟਸ ਜਿਹੜਾ ਤੂੰ ਲੈ ਕੇ ਨਹੀਂ ਆਇਆ, ਤੂੰ ਸਾਂਭ ਕੇ ਨਹੀਂ ਰੱਖਿਆ। ਅੱਲਾ ਫਿਰ ਉਹਦਾ ਅੰਗ ਲੱਭਣ ਜਾਵੇਗਾ ਅਤੇ ਉਹ ਅੰਗ ਲੱਭਣ ਕਰਕੇ ਅੱਲਾ ਤਾਲਾ ਨੂੰ ਖੇਚਲ ਹੋਵੇਗੀ। ਅੱਲਾ ਉਸ 'ਤੇ ਗੁੱਸੇ ਹੋਵੇਗਾ। ਉਹ ਕਹੇਗਾ ਵੀ ਤੂੰ ਇਹ ਜਿਹੜੇ ਪਾਰਟਸ ਨੇ ਆਪਣੇ ਸਰੀਰ ਦੇ, ਆਪਣੀ ਬਾਡੀ ਦੇ, ਕਿਉਂ ਨਹੀਂ ਸਾਂਭ ਕੇ ਰੱਖੇ? ਇਸ ਕਰਕੇ ਮੁਸਲਮਾਨ ਕਹਿੰਦੇ ਆ ਵੀ ਅਸੀਂ ਆਪਣੇ ਸਰੀਰ ਦੇ ਸਾਰੇ ਅੰਗ ਕਿਆਮਤ ਦੇ ਦਿਨ ਤੱਕ ਸਾਂਭ ਕੇ ਰੱਖਣੇ ਆ ਅਤੇ ਉਹ ਕਬਰ 'ਚ ਸਾਂਭੇ ਰਹਿ ਸਕਦੇ ਆ। ਹਿੰਦੂ ਜਾਂ ਦੂਸਰੀ ਕੌਮਾਂ, ਜਿਹੜੇ ਸਿੱਖ ਹਨ ਜਾਂ ਹਿੰਦੂ ਹਨ, ਇਹ ਸੰਸਕਾਰ ਕਰਦੇ ਹਨ। ਅੱਲਾ ਇਹਨਾਂ 'ਤੇ ਬਹੁਤ ਜ਼ਿਆਦਾ ਨਾਰਾਜ਼ ਹੋਵੇਗਾ। ਇਹਨਾਂ ਨੂੰ ਤਾਂ ਸਿੱਧਾ ਨਰਕਾਂ 'ਚ ਸੁੱਟੇਗਾ ਵੀ ਤੁਸੀਂ ਆਪਣੀ ਬਾਡੀ ਸਾੜੀ ਕਿਉਂ ਹੈ। ਇਹ ਖਿਆਲ ਮੁਸਲਮਾਨਾਂ 'ਚ ਬੜਾ ਪ੍ਰਚਲਿਤ ਹੈ। ਕਿਆਮਤ ਦੇ ਦਿਨ ਅੱਲਾ ਨੂੰ ਪਰੇਸ਼ਾਨੀ ਹੁੰਦੀ ਹੈ ਜੇ ਕਿਸੇ ਬੰਦੇ ਦਾ ਸਰੀਰ ਸਾਂਭ ਕੇ ਨਾ ਰੱਖਿਆ ਹੋਵੇ। ਇਹ ਉਹਨਾਂ ਦਾ ਖਿਆਲ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਥੋਥਾ ਹੈ। ਕਿਵੇਂ ਕਿ ਜਿਹੜੇ ਅੰਗ ਤੁਸੀਂ ਉੱਥੇ ਕਹਿੰਦੇ ਹੋ ਵੀ ਕਿਆਮਤ ਦੇ ਦਿਨ ਤੱਕ ਸਾਂਭੇ ਰਹਿਣਗੇ, ਹੁਣ ਕਿਆਮਤ ਤਾਂ ਪਤਾ ਨਹੀਂ ਲੱਖਾਂ ਸਾਲਾਂ ਨੂੰ ਆਉਣੀ ਕਿ ਕਰੋੜਾਂ ਸਾਲਾਂ ਨੂੰ ਆਉਣੀ ਹੈ। ਜਿਹੜਾ ਮੁਰਦਾ ਤੁਸੀਂ ਛੱਡ ਕੇ ਆਉਂਦੇ ਹੋ, ਉਹ ਤਾਂ 5-7 ਸਾਲਾਂ ਦੇ ਵਿੱਚ, 10 ਸਾਲਾਂ ਦੇ ਵਿੱਚ ਬਿਲਕੁਲ ਹੀ ਅੰਦਰੋਂ ਸਿਰਫ ਹੱਡੀਆਂ ਭਾਵੇਂ ਰਹਿ ਜਾਣ ਕਿਸੇ ਦੀਆਂ, ਬਾਕੀ ਕੁਝ ਨਹੀਂ ਨਿਕਲਦਾ। ਮਾਸ ਨੂੰ ਕੀੜੇ ਖਾ ਜਾਂਦੇ ਹੈ, ਉਹ ਸਾਰਾ ਜਿਹੜਾ ਮਾਸ, ਚਰਬੀ ਹੈ, ਉਹ ਮਿੱਟੀ ਦੇ ਵਿੱਚ ਮਿਕਸ ਹੋ ਜਾਂਦੀ ਹੈ, ਮਿੱਟੀ 'ਚ ਮਿੱਟੀ ਬਣ ਜਾਂਦਾ ਸਰੀਰ। ਅਤੇ ਘੁਮਿਆਰ ਜਿਹੜੇ ਹਨ, ਉਹਨਾਂ ਨੂੰ ਚੀਕਣੀ ਮਿੱਟੀ ਚਾਹੀਦੀ ਹੁੰਦੀ ਹੈ ਭਾਂਡਿਆਂ ਵਾਸਤੇ, ਇੱਟਾਂ ਵਾਸਤੇ। ਕਬਰਾਂ ਦੀ ਮਿੱਟੀ ਵਧੀਆ ਹੁੰਦੀ ਹੈ, ਚਰਬੀ ਹੁੰਦੀ ਉਹਦੇ ਵਿੱਚ। ਘੁਮਿਆਰ ਜ਼ਿਆਦਾਤਰ ਕਬਰਾਂ ਦੀ ਮਿੱਟੀ ਪੁੱਟਦੇ ਹਨ। ਗੁਰੂ ਸਾਹਿਬ ਨੇ ਤਾਂ ਇਹ ਗੱਲ ਕਹੀ ਹੈ ਬਈ ਕਿਸੇ ਦੇ ਤਰੀਕੇ ਨਾਲ ਵੀ ਤੁਹਾਡਾ ਇਹ ਦਾਅਵਾ ਵੀ ਅਸੀਂ ਕਿਆਮਤ ਦੇ ਦਿਨ ਤੱਕ ਬੰਦੇ ਦੀ ਬਾਡੀ ਨੂੰ ਸੇਫ ਰੱਖ ਲਵਾਂਗੇ, ਪੂਰਾ ਨਹੀਂ ਹੋ ਸਕਦਾ, ਹੋ ਹੀ ਨਹੀਂ ਸਕਦਾ। ਸੋ ਸੱਚੇ ਪਾਤਸ਼ਾਹ ਦੀ ਇਸ ਗੱਲ ਨੂੰ ਕਾਜੀ ਮੁਲਾਣੇ ਹੋਰ ਤਰੀਕੇ ਨਾਲ ਬਾਦਸ਼ਾਹ ਦੇ ਕੰਨਾਂ 'ਚ ਪਾ ਰਹੇ ਹਨ। ਬਜਹੁ ਰਾਮ ਰਾਏ ਕੇ ਆਏ। ਇਹ ਬਾਦਸ਼ਾਹ ਸਲਾਮਤ, ਤੁਸੀਂ ਬਾਬੇ ਰਾਮ ਰਾਏ ਨੂੰ ਪੁੱਛੋ ਬਈ ਇਹ ਬਾਬੇ ਨਾਨਕ ਨੇ ਸਾਡੇ ਇਸਲਾਮ ਦੇ ਉੱਤੇ ਏਡੀ ਵੱਡੀ ਤਰਕ ਕਿਉਂ ਕੀਤੀ ਹੈ? ਕਿਆ ਉੱਤਰ ਇਸ ਕਹ ਬਤਲਾਏ। ਇਹਦਾ ਕੀ ਉੱਤਰ ਹੈ, ਕੀ ਜਵਾਬ ਹੈ? ਬਾਬਾ ਰਾਮ ਰਾਏ ਜੀ ਨੂੰ ਪੁੱਛੋ। ਇਤਿਆਦਿਕ ਕਹਿ ਸ਼ਾਹ ਸਿਖਾਇਓ। ਇਸ ਤਰ੍ਹਾਂ ਕਾਜ਼ੀਆਂ ਮੁਲਾਣਿਆਂ ਨੇ ਬਾਦਸ਼ਾਹ ਨੂੰ ਪੜ੍ਹਾ ਦਿੱਤੀ ਪੱਟੀ। ਜਬ ਸ਼੍ਰੀ ਰਾਮ ਰਾਏ ਚਲ ਆਇਓ। ਜਦੋਂ ਬਾਬਾ ਰਾਮ ਰਾਏ ਜੀ ਬਾਦਸ਼ਾਹ ਦੀ ਕਚਹਿਰੀ 'ਚ ਆਏ ਹਨ, ਅਪਰ ਪ੍ਰਸੰਗ ਅਨੇਕ ਚਲਾਏ। ਹੋਰ ਵੀ ਕਈ ਗੱਲਾਂ ਬਾਤਾਂ ਚੱਲੀਆਂ। ਜੇ ਉਲਮਾਓ ਤਹਾਂ ਸਮੁਦਾਏ। ਜਿਹੜੇ ਕਾਜੀ, ਉਲਮਾ, ਵਿਦਵਾਨ ਲੋਕ ਮੁਸਲਮਾਨ ਉੱਥੇ ਬੈਠੇ ਸਨ। ਜੁਗਤ ਉਕਤ ਕਰ ਮਤ ਚਤੁਰਾਈ। ਬੜੀਆਂ ਜੁਗਤੀਆਂ ਉਕਤੀਆਂ ਨਾਲ, ਦਲੀਲਾਂ ਨਾਲ, ਆਪਣੀ ਪੜ੍ਹਾਈ ਦੇ ਜ਼ੋਰ ਨਾਲ ਗੱਲਾਂ ਕਰਦੇ ਹਨ।
ਹਨ। ਸ਼ਾਹ ਸੁਨਾਵਹਿ ਹਰਖ ਉਪਾਈ। ਆਪਣੀਆਂ ਆਪਣੀਆਂ ਪੜ੍ਹਾਈਆਂ, ਆਪਣੀ ਆਪਣੀ ਵਿੱਦਿਆ ਦੇ ਚਮਤਕਾਰ ਬਾਦਸ਼ਾਹ ਨੂੰ ਸੁਣਾਉਂਦੇ ਨੇ, ਬਾਦਸ਼ਾਹ ਨੂੰ ਖੁਸ਼ ਕਰਦੇ ਨੇ। ਚਲੇ ਪ੍ਰਸੰਗ ਬੂਝਨੋ ਚਾਹਿਓ। ਔਰ ਚੱਲੀ ਹੋਈ ਗੱਲ ਦੇ ਵਿੱਚ ਬਾਦਸ਼ਾਹ ਨੇ, ਕਿਉਂਕਿ ਇਹ ਪਹਿਲਾਂ ਤਾਂ ਮਾਹੌਲ ਬਣਾ ਲੈਂਦੇ ਸੀ ਉੱਦਾਂ ਦਾ, ਤੇ ਗੱਲ ਲਿਆ ਕੇ ਗੁਰੂ ਨਾਨਕ ਸਾਹਿਬ ਤੇ ਛੱਡ ਦਿੰਦੇ ਸੀ ਤੇ ਬਾਬੇ ਰਾਮ ਰਾਏ ਤੇ ਸਵਾਲ ਕਰ ਦਿੰਦੇ ਸੀ। ਸੋ ਅੱਜ ਇਸੇ ਤਰ੍ਹਾਂ ਹੀ ਚਲਦੀ ਹੋਈ ਗੱਲਬਾਤ ਵਿੱਚ ਇਹਨਾਂ ਨੇ ਇਸ ਪਾਸੇ ਨੂੰ ਗੱਲ ਮੋੜ ਲਈ ਹੈ। ਸ਼੍ਰੀ ਨਾਨਕ ਜੀ ਇਹ ਕਿਆ ਕਹਿਓ। ਬਾਦਸ਼ਾਹ ਕਹਿੰਦਾ, ਬਾਬਾ ਜੀ, ਬਾਬਾ ਰਾਮ ਰਾਏ ਜੀ, ਇਹ ਦੱਸੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਕੀ ਕਹਿ ਦਿੱਤਾ ਹੈ। ਸ੍ਰੀ ਮੁਖ ਵਾਕ। ਸ੍ਰੀ ਮੁਖ ਵਾਕ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਮੁਖਾਰਬਿੰਦ ਤੋਂ ਜੋ ਬਚਨ ਨਿਕਲੇ ਹਨ। ਮਿੱਟੀ ਮੁਸਲਮਾਨ ਕੀ। ਮਹਾਰਾਜ ਸਾਹਿਬ ਜੀ ਨੇ ਆਸਾ ਜੀ ਦੀ ਵਾਰ ਵਿੱਚ ਇਹ ਸ਼ਲੋਕ ਉਚਾਰਨ ਕੀਤਾ ਹੈ, ਮਿੱਟੀ ਮੁਸਲਮਾਨ ਕੀ। ਪੇੜਾ ਪਈ ਕਮਿਆਰ। ਭਾਵ ਮੁਸਲਮਾਨ ਦੀ ਡੈਡ ਬਾਡੀ, ਮੁਸਲਮਾਨ ਦਾ ਮੁਰਦਾ ਸਰੀਰ ਜਦੋਂ ਕਬਰਾਂ ਦੇ ਵਿੱਚ ਦਫਨਾਇਆ ਗਿਆ ਹੈ ਤੇ 150 ਸਾਲ ਬਾਅਦ ਉਸ ਕਬਰ ਨੂੰ ਆ ਕੇ ਘੁਮਿਆਰ ਨੇ ਪੁੱਟ ਕੇ ਚੀਕਣੀ ਮਿੱਟੀ ਜਾਣ ਕੇ ਗੁੰਨ ਲਈ ਹੈ ਤੇ ਉਹਨੂੰ ਉਹਦੇ ਘੜੇ ਬਣਾ ਲਏ ਨੇ, ਉਹਦੇ ਭਾਂਡੇ ਬਣਾ ਲਏ ਨੇ, ਇੱਟਾਂ ਬਣਾ ਲਈਆਂ ਨੇ ਤੇ ਆਪਣੇ ਪੇੜੇ 'ਚ ਪਾ ਕੇ ਘੜ ਭਾਂਡੇ ਇੱਟਾ ਕੀਆ। ਘੜ ਭਾਂਡੇ, ਉਹ ਭਾਂਡੇ ਬਣਾ ਕੇ ਕੋਈ ਘੜੇ ਬਣਾਏ ਨੇ, ਕੋਈ ਕੁੱਜੇ ਬਣਾਏ ਨੇ, ਕੋਈ ਘੜੀਆਂ ਝਜਰੀਆਂ ਬਣਾਈਆਂ ਨੇ, ਕੋਈ ਸੁਰਾਹੀਆਂ ਬਣਾਈਆਂ ਨੇ, ਕੁਝ ਇੱਟਾਂ ਬਣਾ ਲਈਆਂ ਨੇ। ਜਲਦੀ ਕਰੇ ਪੁਕਾਰ। ਤੇ ਉਸ ਕੱਚੇ ਭਾਂਡੇ ਨੂੰ ਪਕਾਉਣ ਵਾਸਤੇ ਜਦੋਂ ਅੱਗ ਦੇ ਵਿੱਚ ਪਾਇਆ ਹੈ ਤੇ ਉਹ ਜਲਦੀ ਹੈ, ਉੱਥੇ ਸੜਦੀ ਹੈ, ਕਿਉਂਕਿ ਤੁਸੀਂ ਤਾਂ ਕਹਿੰਦੇ ਹੋ ਵੀ ਅਸੀਂ ਕਿਆਮਤ ਦੇ ਦਿਨ ਤੱਕ ਬੰਦੇ ਦੀ ਡੈੱਡ ਬਾਡੀ ਨੂੰ ਸਾਂਭ ਕੇ ਰੱਖਣਾ, ਉਹ ਤੇ ਅਸੀਂ ਸੜਨ ਨਹੀਂ ਦੇਣਾ। ਹਿੰਦੂ ਲੋਕ ਸਾੜ ਦਿੰਦੇ ਨੇ, ਅਸੀਂ ਨਹੀਂ ਸਾੜਦੇ। ਹਿੰਦੂਆਂ ਤੇ ਅੱਲਾ ਨਾਰਾਜ਼ ਹੋਵੇਗਾ, ਕਹੇਗਾ ਵੀ ਤੁਸੀਂ ਆਪਣੀ ਡੈੱਡ ਬਾਡੀ ਸਾਂਭ ਕੇ ਨਹੀਂ ਰੱਖੀ, ਸਾੜੀ ਕਿਉਂ ਹੈ, ਤੇ ਉਹਨਾਂ ਦੀ ਰੂਹ ਨੂੰ ਨਰਕਾਂ 'ਚ ਸੱਟੇਗਾ। ਪਰ ਮੁਸਲਮਾਨਾਂ ਦਾ ਕੀ ਬਣੇਗਾ, ਕਿਉਂਕਿ ਉਹਨਾਂ ਦੀ ਮਿੱਟੀ ਵੀ ਤਾਂ ਘੁਮਿਆਰ ਦੇ ਕੋਲ ਜਾ ਕੇ ਸੜ ਰਹੀ ਹੈ। ਜਲ ਜਲ ਰੋਵੈ ਬਪੜੀ। ਉਹ ਮਿੱਟੀ ਜਿਹੜੀ ਹੈ ਜਲ ਜਲ ਕੇ ਸੜ ਸੜ ਕੇ ਰੋਂਦੀ ਹੈ, ਉਹ ਵਿਚਾਰੀ ਹਾਏ ਹਾਏ ਕਰਦੀ ਹੈ, ਕਿਉਂਕਿ ਤੁਸੀਂ ਕਹਿੰਦੇ ਵੀ ਅਸੀਂ ਸੜਨ ਨਹੀਂ ਦੇਣੀ, ਸਾਂਭ ਕੇ ਰੱਖਣੀ ਹੈ, ਕਿਆਮਤ ਦੇ ਰੋਜ਼ ਤੱਕ ਸਾਂਭਣੀ ਹੈ। ਪਰ ਉਹ ਗੱਲਾਂ ਸਾਰੀਆਂ ਫੋਕੀਆਂ ਹੋ ਜਾਣੀਆਂ ਨੇ ਜਦੋਂ ਘੁਮਿਆਰ ਨੇ ਆਵੇ ਦੇ ਵਿੱਚ ਬਹੁਤ ਤੇਜ਼ ਅੱਗ ਬਾਲੀ ਹੁੰਦੀ, ਜਿੱਥੇ ਘੁਮਿਆਰ ਘੜੇ ਪਕਾਉਂਦਾ ਹੈ ਜਾਂ ਇੱਟਾਂ ਪਕਾਉਂਦਾ ਹੈ ਭੱਠੇ ਦੇ ਵਿੱਚ ਜਾਂ ਆਵੇ ਦੇ ਵਿੱਚ, ਉੱਥੇ ਸਾਧ ਸੰਗਤ ਜੀ ਬਹੁਤ ਤੇਜ਼ ਅੱਗ ਹੁੰਦੀ ਹੈ ਤੇ ਉਹਦੇ ਵਿੱਚ ਫਿਰ ਉਹ ਕਈ ਦਿਨ ਸੜਦੀ ਰਹਿੰਦੀ ਹੈ। ਝੜ ਝੜ ਪਵਹਿ ਅੰਗਿਆਰ। ਉਹਦੇ ਵਿੱਚੋਂ ਅੱਗ ਦੇ ਅੰਗਿਆਰੇ ਝੜ ਝੜ ਪੈਂਦੇ ਹਨ। ਨਾਨਕ ਜਿਨ ਕਰਤਾ ਕਾਰਨ ਕੀਆ। ਸਤਿਗੁਰੂ ਕਹਿੰਦੇ ਜਿਸ ਕਰਤੇ ਪੁਰਖ ਨੇ ਕਾਰਨ ਕੀਤਾ ਹੈ, ਇਸ ਬੰਦੇ ਦੀ ਹਾਲਤ ਅੱਗੇ ਕੀ ਬਣਨੀ ਹੈ, ਇਹਦੇ ਨਾਲ ਕੀ ਕੁਝ ਹੋਣਾ ਹੈ, ਸੋ ਜਾਣੈ ਕਰਤਾਰ। ਉਹ ਕਰਤਾ ਪੁਰਖ ਆਪ ਹੀ ਜਾਣਦਾ। ਇਹ ਐਵੇਂ ਤੁਹਾਡੇ ਫੋਕੇ ਖਿਆਲ ਹਨ, ਥੋਥੇ ਖਿਆਲ ਹਨ ਬਈ ਅਸੀਂ ਬੰਦੇ ਦੀ ਦੇਹ ਨੂੰ ਪ੍ਰੀਜ਼ਰਵ ਕਰਕੇ ਰੱਖਾਂਗੇ, ਸਾਂਭ ਕੇ ਰੱਖਾਂਗੇ, ਅੱਲਾ ਸਾਡੇ ਤੇ ਖੁਸ਼ ਹੋਵੇਗਾ ਤੇ ਉਸ ਤੋਂ ਬਾਅਦ ਸਾਨੂੰ ਅੱਲਾ ਦੀ ਦਰਗਾਹ ਦੇ ਵਿੱਚ ਬੜਾ ਮਾਣ ਸਤਿਕਾਰ ਮਿਲੇਗਾ। ਜੇ ਅਸੀਂ ਦੇਹ ਨੂੰ ਨਹੀਂ ਸਾਂਭਾਂਗੇ, ਸਾਡੇ ਸਰੀਰ ਦਾ ਕੋਈ ਅੰਗ ਗੁੰਮ ਹੋ ਗਿਆ ਤੇ ਅੱਲਾ ਲੱਭਣ ਜਾਏਗਾ, ਅੱਲਾ ਨੂੰ ਦਿੱਕਤ ਹੋਵੇਗੀ, ਅੱਲਾ ਗੁੱਸਾ ਕਰੇਗਾ। ਇੱਦਾਂ ਦੀਆਂ ਜਿਹੜੀਆਂ ਤੁਸੀਂ ਗੱਲਾਂ ਬਣਾਈਆਂ ਹੋਈਆਂ ਹਨ। ਚੌਪਈ ਕਰੋ ਮਾਇਨਾ ਸਭਨ ਸੁਨਾਏ। ਬਾਬਾ ਰਾਮ ਰਾਏ ਜੀ ਨੂੰ ਇਹ ਸ਼ਬਦ ਬਾਦਸ਼ਾਹ ਨੇ ਸੁਣਾ ਦਿੱਤਾ, ਕਹਿਣ ਲੱਗਾ ਇਹਦੇ ਮਾਇਨੇ ਦੱਸੋ ਬਾਬਾ ਜੀ। ਇਹ ਕਿਆ ਕਹਿਓ ਦੇਖੋ ਸਮਝਾਏ। ਇਹ ਗੁਰੂ ਨਾਨਕ ਦੇਵ ਜੀ ਨੇ ਕੀ ਕਿਹਾ ਹੈ, ਇਹ ਸਾਨੂੰ ਸਮਝਾਓ, ਸਾਨੂੰ ਇਸ ਸ਼ਲੋਕ ਦੀ ਸਮਝ ਨਹੀਂ ਆਈ। ਸੁਨ ਸ਼੍ਰੀ ਰਾਮ ਰਾਏ ਮਨ ਜਾਨਾ। ਉਸ ਵੇਲੇ ਸਾਧ ਸੰਗਤ ਜੀ ਬਾਬਾ ਰਾਮ ਰਾਏ ਜੀ ਨੇ ਆਪਣੇ ਮਨ 'ਚ ਸੋਚਿਆ ਗਨ ਦੋਖੀ ਸਿਖ ਰਾਏ ਮਹਾਨਾ, ਕਿ ਇਹਨਾਂ ਕਾਜ਼ੀਆਂ ਮੁਲਾਣਿਆਂ ਨੇ, ਦੋਖੀਆਂ ਨੇ ਬਾਦਸ਼ਾਹ ਦੇ ਕੰਨ ਭਰ ਦਿੱਤੇ ਹਨ, ਬਾਦਸ਼ਾਹ ਨੂੰ ਪੁੱਠੀ ਪੱਟੀ ਪੜ੍ਹਾ ਦਿੱਤੀ ਹੈ। ਕਹੈ ਵਾਸਤਵ ਅਰਥ ਜੇ ਅਬਾ। ਜੇ ਇਹਨਾਂ ਨੂੰ ਹੁਣ ਸਹੀ ਅਰਥ ਦੱਸਾਂਗੇ, ਵਾਸਤਵਿਕ ਅਰਥ ਦੱਸਾਂਗੇ, ਜਿਹੜੀ ਗੱਲ ਗੁਰੂ ਨਾਨਕ ਦੇਵ ਜੀ ਕਹਿਣਾ ਚਾਹੁੰਦੇ ਨੇ ਇਹਨਾਂ ਨੂੰ ਦੱਸਾਂਗੇ। ਦੋਖੀ ਤਰਕ ਬਦਾ ਵਹਿ ਸਬਾ। ਇਹਨਾਂ ਨੇ ਟਿਕਣਾ ਨਹੀਂ, ਤਰਕਾਂ ਕਰੀ ਜਾਣੀਆਂ ਨੇ, ਇਹ ਹੋਰ ਪਾਸੇ ਗੱਲ ਤੋਰ ਲੈਣਗੇ।
ਸਾਨੂੰ ਬਹਿਸ ਦੇ ਵਿੱਚ ਉਲਝਾਣਗੇ, ਪਰੇਸ਼ਾਨ ਕਰਨਗੇ। ਜਿਸ ਤੇ ਸ਼ਾਹ ਫਰਕ ਉਰ ਪਾਵੈ, ਤੇ ਬਾਦਸ਼ਾਹ ਦੇ ਮਨ 'ਚ ਫਰਕ ਪੈ ਜਾਏਗਾ। ਬਾਦਸ਼ਾਹ ਸਾਡੇ ਪ੍ਰਤੀ ਜਿਹੜਾ ਪ੍ਰੇਮ ਰੱਖਦਾ ਹੈ, ਸਾਡੇ ਵੱਲ ਜਿਹੜੀ ਬਾਦਸ਼ਾਹ ਦੀ ਰੁਚੀ ਬਣੀ ਹੋਈ ਹੈ, ਪ੍ਰੀਤ ਬਣੀ ਹੋਈ, ਉਹ ਟੁੱਟ ਜਾਏਗੀ। ਕਿਉਂਕਿ ਗੰਢ ਪ੍ਰੀਤੀ ਮਿੱਠੇ ਬੋਲ, ਜੇ ਪਿਆਰ ਬਣਾ ਕੇ ਰੱਖਣਾ ਤੇ ਮਿੱਠਾ ਬੋਲੋ, ਤੇ ਜਦੋਂ ਕੋਈ ਫਿੱਕਾ ਬੋਲੇ, ਕੌੜਾ ਬੋਲੇ, ਤੇ ਪ੍ਰੀਤ ਟੁੱਟ ਜਾਂਦੀ ਹੈ। ਤੇ ਬਾਬੇ ਰਾਮ ਰਾਏ ਦੇ ਮਨ 'ਚ ਆਇਆ ਵੀ ਜੇ ਮੈਂ ਹੁਣ ਸੱਚੇ ਸਹੀ ਅਰਥ ਦੱਸਾਂਗਾ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਤੁਰਕਾਂ ਦੇ ਉੱਤੇ ਇਹ ਉਹਨਾਂ ਦੇ ਥੋਥੇ ਖਿਆਲਾਂ ਦਾ ਖੰਡਨ ਕੀਤਾ ਹੈ, ਸਪਸ਼ਟ ਕੀਤਾ ਹੈ, ਤਾਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਅਰਥ ਜਿਹੜਾ ਮੈਂ ਸਹੀ ਕਰ ਦਿਆਂਗਾ, ਇਹ ਬਾਦਸ਼ਾਹ ਮੇਰੇ ਨਾਲ ਨਾਰਾਜ਼ ਹੋ ਜਾਵੇਗਾ। ਤਿਮ ਇਹ ਦੁਸ਼ਟ ਕੋ ਬਾਦ ਉਠਾਵੈ, ਇਹ ਜਿਹੜੇ ਦੁਸ਼ਟ ਹਨ ਇਹ ਕੁਬਾਦ ਕਰਨਗੇ, ਝਗੜਾ ਕਰਨਗੇ। ਸ਼ਰਾਬ ਬਿਖੈ ਮਨ ਬੰਧਿਓ ਸ਼ਾਹੂ, ਕਿਉਂਕਿ ਬਾਦਸ਼ਾਹ ਦਾ ਮਨ ਸ਼ਰ੍ਹਾ 'ਚ ਬੰਨਿਆ ਹੋਇਆ ਹੈ, ਇਹਨੂੰ ਹੋਰ ਕਿਸੇ ਚੀਜ਼ ਦੀ ਸੋਝੀ ਨਹੀਂ ਹੈ। ਠਨ ਹੈ ਦ્વੈਸ਼ ਅਦਕ ਮਨ ਮਾਹੂ, ਇਹ ਹੋਰ ਦ્વੈਸ਼ ਕਰੇਗਾ, ਹੋਰ ਈਰਖਾ ਕਰੇਗਾ। ਬਣੀ ਬਾਤ ਮੇਰੀ ਬਿਗੜੈ ਹੈ, ਬਾਬਾ ਰਾਮ ਰਾਏ ਸੋਚਦੇ ਜਿਹੜੀ ਮੇਰੀ ਦਿੱਲੀ ਦਰਬਾਰ 'ਚ ਗੱਲ ਬਣੀ ਹੋਈ ਉਹ ਵਿਗੜ ਜਾਏਗੀ। ਮੇਰੀ ਜਿਹੜੀ ਇੱਥੇ ਸ਼ਾਨ ਬਣੀ ਹੋਈ ਹੈ, ਮੇਰਾ ਸਤਿਕਾਰ ਬਣਿਆ ਹੋਇਆ। ਸਾਧ ਸੰਗਤ ਜੀ, ਅੱਜ ਅਸੀਂ ਪ੍ਰਚਾਰਕ ਲੋਕ ਵੀ, ਕਥਾਵਾਚਕ ਵੀ ਕੁਝ ਇਸੇ ਤਰ੍ਹਾਂ ਹੀ ਕਰਨ ਲੱਗ ਪਏ ਹਾਂ। ਗੁਰਬਾਣੀ ਦੇ, ਗੁਰ ਇਤਿਹਾਸ ਦੇ ਪ੍ਰਸੰਗਾਂ ਨੂੰ ਮਰੋੜ ਤਰੋੜ ਕੇ ਪੇਸ਼ ਕਰਦੇ ਹਾਂ। ਜਿਹੜੀ ਗੱਲ ਸਾਡੇ ਗ੍ਰੰਥਾਂ 'ਚ ਲਿਖੀ ਸਾਫ਼ ਨਹੀਂ ਕਰ ਸਕਦੇ, ਕਿਉਂਕਿ ਡਰਦੇ ਹਾਂ ਕੋਈ ਸਮਾਜ ਤੋਂ। ਸਮਾਜ ਦੇ ਹਾਲਾਤ ਹੀ ਪਿਛਲੇ 100 ਸਾਲਾਂ ਤੋਂ ਸਿੰਘ ਸਭਾ ਲਹਿਰ ਨੇ ਇਹੋ ਜਿਹੇ ਬਣਾ ਦਿੱਤੇ, ਸਿੱਖਾਂ ਨੂੰ ਸ਼ੰਕਾਵਾਦੀ ਬਣਾਤਾ, ਸਾਨੂੰ ਵੈਸਟਰਨ ਤਰੀਕੇ ਨਾਲ ਸੋਚਣ ਲਾ ਦਿੱਤਾ ਹੈ। ਜਿਹੜਾ ਸਾਡਾ ਈਸਟ ਦਾ ਸੋਚਣ ਦਾ ਤਰੀਕਾ ਸੀਗਾ, ਗੁਰਬਾਣੀ ਦਾ ਸੀ, ਉਹ ਬੰਦ ਕਰਕੇ ਤੇ ਸਾਡੇ ਮਨਾਂ 'ਚ ਸ਼ੰਕੇ ਖੜੇ ਕਰਤੇ ਹੈ। ਮੇਰੇ ਵਰਗੇ ਪ੍ਰਚਾਰਕ ਵੀ ਵਿਚਾਰੇ ਉਨੇ ਕੁ ਪ੍ਰਸੰਗ ਸੁਣਾਉਂਦੇ ਆ ਜਿੰਨੇ ਕੁ ਲੋਕ ਸੁਣ ਕੇ ਡਾਲਰ ਦੇ ਦੇਣ। ਤੇ ਜੇ ਸੱਚੀ ਗੱਲ ਦਸੀਏ ਤੇ ਲੋਕਾਂ ਨੂੰ ਵੀ ਮਿਰਚਾਂ ਲੱਗਦੀਆਂ ਤੇ ਲੜਨ ਨੂੰ ਪੈਂਦੇ, ਆਹ ਕੀ ਲਿਖਤਾ, ਆਹ ਕੀ ਲਿਖਤਾ। ਇੰਨੀ ਪਕੜ ਹੈ ਨਹੀਂ, ਸਮਝ ਹੈ ਨਹੀਂ, ਵੀ ਸੋਝੀ ਹੈ ਨਹੀਂ, ਗੱਲ ਪੂਰੀ ਸੁਣ ਲੈਣਾ, ਅੱਧੀ ਪਚੱਧੀ ਗੱਲ ਸੁਣਦੇ ਹੈ। ਸੋ ਇਸ ਕਰਕੇ ਖਾਲਸਾ ਜੀ ਸ਼ੰਕੇ ਪੈਦਾ ਹੁੰਦੇ ਹੈ। ਪਰ ਸੱਚਾਈ ਤਾਂ ਸੱਚਾਈ ਹੈ, ਉਹ ਤਾਂ ਫਿਰ ਮੁੜ ਕੇ ਆ ਹੀ ਜਾਣੀ ਹੈ ਸਾਹਮਣੇ। ਇੱਕ ਨਾ ਇੱਕ ਦਿਨ ਗੱਲ ਮੰਨਣੀ ਪੈਣੀ ਹੈ। ਜੇ ਨਹੀਂ ਮੰਨਾਂਗੇ ਤੇ ਨਾਸਤਕ ਹੋਵਾਂਗੇ। ਬਾਬੇ ਰਾਮ ਰਾਏ ਦੇ ਮਨ ਦੇ ਵਿੱਚ ਇੱਦਾਂ ਦਾ ਖਿਆਲ ਆਇਆ ਵੀ ਜੇ ਮੈਂ ਹੁਣ ਬਾਦਸ਼ਾਹ ਨੂੰ ਸੱਚਾਈ ਦੱਸਾਂਗਾ ਤੇ ਬਾਦਸ਼ਾਹ ਮੇਰੇ ਨਾਲ ਨਾਰਾਜ਼ ਹੋਵੇਗਾ, ਤੇ ਮੇਰੀ ਜਿਹੜੀ ਇੰਨੀ ਇੱਜ਼ਤ ਬਣੀ ਹੋਈ ਹੈ ਨਾ ਇੱਥੇ ਦਿੱਲੀ ਦਰਬਾਰ ਦੇ ਵਿੱਚ, ਉਹ ਵਿਗੜ ਜਾਏਗੀ। ਬਹੁਰ ਕੇ ਸੂਬਦ ਨਹ ਸੁਧਰਾ ਹੈ, ਫਿਰ ਇਹ ਵਿਗੜੀ ਹੋਈ ਗੱਲ ਸੁਧਰ ਨਹੀਂ ਸਕਦੀ। ਕਰਤ ਰਹੇ ਨਿਤ ਪ੍ਰਤ ਦੁਸ਼ਟਾਈ, ਇਹ ਕਾਜੀ ਮੁਲਾਣੇ ਰੋਜ਼ ਖੋਟਾਪਣਾ ਕਰਦੇ ਰਹੇ, ਦੁਸ਼ਟਾਈ ਕਰਦੇ ਰਹੇ ਹਨ, ਮੇਰੇ ਖਿਲਾਫ ਸਾਜ਼ਿਸ਼ਾਂ ਘੜਦੇ ਰਹਿੰਦੇ ਹਨ। ਮੈਂ ਅਜ਼ਮਤ ਕੇ ਜੋਰ ਬਚਾਈ, ਮੈਂ ਆਪਣੀ ਕਰਾਮਾਤ, ਆਪਣੀ ਸ਼ਕਤੀ, ਆਪਣੇ ਬਲ ਦੇ ਨਾਲ ਬਚਾਈ ਹੋਈ ਹੈ ਆਪਣੀ ਇੱਜ਼ਤ। ਮੁਝ ਕੋ ਧਨ ਲੱਖੋ ਇਹ ਦੇਤ, ਬਾਦਸ਼ਾਹ ਮੈਨੂੰ ਲੱਖਾਂ ਰੁਪਈਆ ਰੋਜ਼ ਦਿੰਦਾ ਹੈ। ਬਿਗੜ ਜਾਏ ਪੁਨ ਰਹਾ ਨਾ ਹੇਤ, ਤੇ ਜੇ ਅੱਜ ਮੈਂ ਬਾਦਸ਼ਾਹ ਨੂੰ ਸੱਚ ਗੱਲ ਦੱਸ ਦਿੱਤੀ ਤੇ ਬਾਦਸ਼ਾਹ ਵਿਗੜ ਜਾਏਗਾ ਮੇਰੇ ਨਾਲ, ਤੇ ਮੇਰਾ ਪਿਆਰ ਸਤਿਕਾਰ ਖਤਮ ਹੋ ਜਾਏਗਾ ਇਹਦੇ ਮਨ ਵਿੱਚੋਂ। ਇਤਿਆਦਿਕ ਔਰ ਬਹੁਤ ਵਿਚਾਰੇ, ਇਸ ਤਰ੍ਹਾਂ ਬਾਬੇ ਰਾਮ ਰਾਏ ਨੇ ਸੰਸਾਰੀ ਸੋਚ ਦੇ ਨਾਲ ਵਿਚਾਰ ਕੀਤੀ। ਦੁਨਿਆਵੀ ਗੱਲ ਵਿੱਚ ਆ ਗਈ, ਆਪਣਾ ਸਵਾਰਥ ਆ ਗਿਆ, ਆਪਣੇ ਮਾਣ, ਵਡਿਆਈ, ਇੱਜ਼ਤ ਦਾ ਖਿਆਲ ਆ ਗਿਆ, ਆਪਣੇ ਕੋਲ ਚੜ੍ਹਦਾ ਹੋਇਆ ਚੜ੍ਹਾਵਾ, ਆਪਣੀ ਦਿੱਲੀ ਦਰਬਾਰ 'ਚ ਬਣੀ ਹੋਈ ਸ਼ਾਨ, ਬਾਦਸ਼ਾਹ ਨਾਲ ਬਣਿਆ ਹੋਇਆ ਪ੍ਰੇਮ ਚੇਤੇ ਆ ਗਿਆ। ਗੁਰੂ ਨਾਨਕ ਸਾਹਿਬ ਭੁੱਲ ਗਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਜਦੋਂ ਅਸੀਂ ਦੁਨਿਆਵੀ ਵਡਿਆਈਆਂ ਦੇ, ਦੁਨਿਆਵੀ ਚੀਜ਼ਾਂ ਦੇ ਮਗਰ ਪੈਂਦੇ ਹਾਂ, ਉਦੋਂ ਬਾਬਾ ਨਾਨਕ ਸਾਥੋਂ ਦੂਰ ਹੋ ਜਾਂਦਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਿੱਖ ਬਣਨਾ ਹੈ ਤਾਂ ਸਾਧ ਸੰਗਤ ਜੀ ਫਿਰ ਸਾਨੂੰ ਸਾਰੀਆਂ ਦੁਨਿਆਵੀ ਸਹੂਲਤਾਂ ਛੱਡਣੀਆਂ ਹੀ ਪੈਣੀਆਂ। ਦੁਨਿਆਵੀ ਲੋਕ ਚੰਗਾ ਕਹਿਣ, ਮਾੜਾ ਕਹਿਣ, ਕੋਈ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦਿਓ ਹੈ ਟਾਰ, ਅਬ ਹਮ ਚਲੀ ਠਾकुर ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤਰਾਈ ਉਪਮਾ, ਤੇ ਬੈ ਸੰਤਰ ਜਾਰ,
ਕੋਈ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦੀ ਉਹ ਹੈ ਟਾਰ। ਸੋ ਇਹ ਅਵਸਥਾ ਬਣੇ ਤੇ ਤਾਂ ਅਸੀਂ ਦੁਨੀਆ ਨਾਲ, ਸੰਸਾਰ ਨਾਲ ਜੂਝ ਸਕਦੇ ਹਾਂ ਤੇ ਗੁਰੂ ਦੀ ਗੱਲ ਡਟ ਕੇ ਕਰ ਸਕਦੇ ਹਾਂ। ਨਹੀਂ ਤਾਂ ਕਲਯੁਗ ਸਾਰੀਆਂ ਗੱਲਾਂ ਤੇ ਪਾਬੰਦੀ ਲਾਉਣ ਨੂੰ ਫਿਰਦਾ ਹੈ। ਬਾਬਾ ਰਾਮ ਰਾਏ ਨੇ ਮਨ ਵਿੱਚ ਸੋਚਿਆ ਵੀ ਹੁਣ ਦੁਨਿਆਵੀ ਚੀਜ਼ਾਂ ਜਿਹੜੀਆਂ ਹਨ, ਦੁਨਿਆਵੀ ਵਡਿਆਈਆਂ ਮੇਰੀਆਂ ਖੁੱਸ ਜਾਣੀਆਂ ਹਨ ਜੇ ਮੈਂ ਗੁਰਬਾਣੀ ਦੇ ਸਹੀ ਅਰਥ ਕਰ ਦਿੱਤੇ। ਪਦ ਕੇ ਅਛਰ ਅਪਰ ਉਚਾਰੇ। ਬਾਦਸ਼ਾਹ ਨੂੰ ਖੁਸ਼ ਕਰਨ ਲਈ ਬਾਬੇ ਰਾਮ ਰਾਏ ਨੇ ਗੁਰਬਾਣੀ ਦੇ ਅੱਖਰ ਹੋਰ ਤਰੀਕੇ ਨਾਲ ਉਹਦੇ ਅਰਥ ਜਿਹੜੇ ਹਨ ਬਦਲ ਦਿੱਤੇ ਹਨ। ਮਿੱਟੀ ਬੇਈਮਾਨ ਕੀ ਕਹੀ। ਹੇ ਬਾਦਸ਼ਾਹ ਸਲਾਮਤ, ਦਰਅਸਲ ਗੁਰੂ ਨਾਨਕ ਦੇਵ ਜੀ ਨੇ ਇਹ ਕਿਹਾ ਹੈ ਵੀ ਜਿਹੜੇ ਇਮਾਨਦਾਰ ਨਹੀਂ ਹਨ, ਬੇਈਮਾਨ ਹਨ, ਉਹਨਾਂ ਦੀ ਮਿੱਟੀ ਦੀ ਗੱਲ ਕੀਤੀ ਹੈ। ਮਹਾਰਾਜ ਨੇ ਤਾਂ ਸਿੱਧਾ ਮੁਸਲਮਾਨ ਦੀ ਲਿਖਿਆ, ਬੇਈਮਾਨ ਤਾਂ ਲਿਖਿਆ ਨਹੀਂ। ਪਰ ਚਲਾਕੀ ਨਾਲ ਬਾਬਾ ਰਾਮ ਰਾਏ ਜੀ ਅਰਥ ਬਦਲ ਗਏ। ਕਹਿੰਦੇ ਮਿੱਟੀ ਬੇਈਮਾਨ ਦੀ ਕਹੀ ਹੈ, ਸਕਲ ਤੁਰਕ ਕੀ ਇਹ ਗਤ ਨਹੀਂ। ਸਾਰੇ ਮੁਸਲਮਾਨਾਂ ਬਾਰੇ ਨਹੀਂ ਕਿਹਾ। ਜਿਹੜੇ ਮੁਸਲਮਾਨ ਇਮਾਨਦਾਰ ਨਹੀਂ ਹਨ, ਬੇਈਮਾਨ ਹਨ, ਉਹਨਾਂ ਦੇ ਬਾਰੇ ਮਹਾਰਾਜ ਨੇ ਇਹ ਬਚਨ ਕਹੇ ਹਨ। ਇਸ ਤਰ੍ਹਾਂ ਬਾਦਸ਼ਾਹ ਨੂੰ ਖੁਸ਼ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਲੁਕਾ ਲਿਆ ਹੈ। ਬੇਈਮਾਨ ਕੀ ਨਿੰਦਿਆ ਸਾਰੇ ਪਾਸੇ ਦੇਖੋ ਬਾਦਸ਼ਾਹ ਸਲਾਮਤ, ਬੇਈਮਾਨ ਦੀ ਨਿੰਦਾ ਹੁੰਦੀ ਹੈ। ਕੀ ਤੁਸੀਂ ਬੇਈਮਾਨ ਨੂੰ ਚੰਗਾ ਸਮਝਦੇ ਹੋ? ਇਮਾਨਦਾਰ ਨੂੰ ਸਾਰੇ ਚੰਗਾ ਸਮਝਦੇ, ਬੇਈਮਾਨ ਨੂੰ ਤਾਂ ਕੋਈ ਚੰਗਾ ਨਹੀਂ ਸਮਝਦਾ। ਵਿੱਚ ਕੁਰਾਨ ਵੀ ਕਹਿਓ ਤੁਮਾਰੇ। ਤੁਹਾਡੀ ਕੁਰਾਨ ਦੇ ਵਿੱਚ ਵੀ ਬੇਈਮਾਨ ਬੰਦੇ ਦੀ ਨਿੰਦਾ ਕੀਤੀ ਹੈ, ਜਿਹੜਾ ਆਪਣੇ ਈਮਾਨ ਤੋਂ, ਧਰਮ ਤੋਂ ਗਿਰਿਆ ਹੋਇਆ। ਈਮਾਨ ਮੈਨੇ ਧਰਮ, ਈਮਾਨ ਮੈਨੇ ਆਪਣੀ ਮਰਜ਼ਾਦਾ, ਇਮਾਨਦਾਰੀ, ਧਰਮਦਾਰੀ, ਨੇਕ ਚਾਲ ਚੱਲਣਾ, ਇਹਦੀ ਤਾਰੀਫ ਹੈ ਹਰ ਜਗ੍ਹਾ ਤੇ ਹੈ। ਕੁਰਾਨ ਵਿੱਚ ਵੀ ਹੈ, ਪੁਰਾਨ ਵਿੱਚ ਵੀ ਹੈ। ਤੇ ਜੇ ਕੋਈ ਇਮਾਨ ਤੋਂ ਗਿਰਿਆ ਹੈ, ਅਧਰਮੀ ਹੈ, ਪਾਪੀ ਹੈ, ਦੁਸ਼ਟ ਹੈ, ਉਹਦੀ ਨਿੰਦਾ ਹੈ। ਕਿਆ ਸੰਸੈ ਹੋਇਓ ਇਸ ਮਹੀ। ਹੇ ਬਾਦਸ਼ਾਹ, ਇਹਦੇ 'ਚ ਸੰਸੇ ਵਾਲੀ ਕਿਹੜੀ ਗੱਲ ਹੈ? ਤੁਹਾਨੂੰ ਕਿਉਂ ਸ਼ੱਕ ਪੈ ਗਿਆ ਹੈ? ਬੇਈਮਾਨ ਕੀ ਦੁਰਗਤ ਕਹੀ। ਇਹ ਤਾਂ ਗੁਰੂ ਨਾਨਕ ਦੇਵ ਜੀ ਨੇ ਬੇਈਮਾਨ ਦੀ ਹਾਲਤ ਦੱਸੀ ਹੈ ਵੀ ਉਹਦੀ ਮਿੱਟੀ ਸੜਦੀ ਹੈ ਘੁਮਿਆਰ ਦੇ ਆਵੇ ਵਿੱਚ। ਹਮਰੇ ਤੁਮਰੇ ਸਕਲ ਸਥਾਨ। ਹੇ ਬਾਦਸ਼ਾਹ, ਸਾਡੇ ਧਰਮ ਵਿੱਚ ਵੀ ਤੇ ਤੁਹਾਡੇ ਧਰਮ ਵਿੱਚ ਵੀ ਨਿੰਦਤ ਹੈ ਜਿਨ ਜਿਹਨੇ ਈਮਾਨ ਤਿਆਗਿਆ ਹੈ ਤਾਂ ਆਪਣਾ ਧਰਮ ਤਿਆਗ ਦਿੱਤਾ ਹੈ, ਉਹਦੀ ਨਿੰਦਾ ਹੀ ਨਿੰਦਾ। ਬੇਈਮਾਨ ਬੰਦੇ ਨੂੰ ਕਿਸੇ ਧਰਮ ਦੇ ਵਿੱਚ ਵੀ ਚੰਗਾ ਨਹੀਂ ਕਿਹਾ। ਸਭ ਕੋ ਮਤੋ ਏਕ ਬਿਦ ਕਹਾ। ਕਿਉਂਕਿ 100 ਸਿਆਣਿਆਂ ਦੀ ਇੱਕੋ ਮਤ ਹੁੰਦੀ ਹੈ। ਸਾਰੇ ਮਹਾਂਪੁਰਸ਼ ਇਹ ਹੀ ਕਹਿੰਦੇ ਆ ਵੀ ਇਮਾਨਦਾਰੀ ਦਾ ਜੀਵਨ ਜੀਓ, ਨੇਕ ਚਾਲ ਚੱਲਣ ਬਣਾਓ, ਚੰਗੇ ਕੰਮ ਕਰੋ, ਮਾੜੇ ਕੰਮਾਂ ਦਾ ਤਿਆਗ ਕਰੋ। ਜਿਉਂ ਕਿਉਂ ਧਰਮ ਭਲੇ ਨਿਰਭੈ ਹੈ। ਜਿਵੇਂ ਕਿਵੇਂ ਆਪਣਾ ਧਰਮ ਨਿਭਾਓ, ਆਪਣੇ ਧਰਮ 'ਚ ਪੱਕੇ ਰਹੋ। ਹਜ਼ਰਤ ਮੁਹੰਮਦ ਸਾਹਿਬ ਵੀ ਇਹੀ ਕਹਿੰਦੇ ਆ ਤੇ ਸਾਡੇ ਰਿਸ਼ੀ ਮੁਨੀ ਸੰਤ ਸਾਧ ਵੀ ਇਹੀ ਕਹਿੰਦੇ ਆ ਤੇ ਗੁਰੂ ਨਾਨਕ ਦੇਵ ਜੀ ਨੇ ਇਹੀ ਗੱਲ ਕਹੀ ਹੈ। ਸਭ ਗੁਣ ਮੂਲ ਧਰਮ ਹੈ ਏਕ। ਸਾਰੇ ਧਰਮਾਂ ਦਾ, ਸਾਰੇ ਮਜ਼ਹਬਾਂ ਦਾ ਇੱਕੋ ਹੀ ਮੁੱਢ ਹੈ ਇਮਾਨਦਾਰੀ। ਆਪਣਾ ਮਨ ਸਾਫ਼ ਰੱਖੋ, ਸਹੀ ਰਸਤੇ 'ਤੇ ਚੱਲੋ, ਕਿਸੇ ਨਾਲ ਧੋਖਾ, ਬੇਈਮਾਨੀ, ਝੂਠ, ਕਪਟ, ਛਲ, ਵਪਾਰ ਨਾ ਕਰੋ। ਹੋਤ ਧਰਮ ਤੇਰੇ ਦੇ ਵਿਵੇਕ। ਕਹਿੰਦੇ ਇਮਾਨਦਾਰੀ ਨਾਲ ਬੰਦੇ ਨੂੰ ਗਿਆਨ ਹੁੰਦਾ ਹੈ ਤੇ ਬੇਈਮਾਨੀ ਨਾਲ ਬੰਦਾ ਅਗਿਆਨਤਾ 'ਚ ਫਸ ਜਾਂਦਾ ਹੈ। ਸਥਿਤ ਜਗਤ ਕੋ ਧਰਮ ਰਖੰਤਾ। ਕਹਿੰਦੇ ਦੁਨੀਆ ਨੂੰ ਧਰਮ ਹੀ ਬਚਾ ਕੇ ਰੱਖਦਾ ਹੈ। ਧਰਮ ਸਰਬ ਸੁਖ ਖਾਣ, ਜਾਣ ਸਭ ਕੋ ਹਿਤਕਾਰੀ। ਧਰਮ ਧਰੇ ਬੁੱਧੀਮਾਨ, ਨਿਰੰਤਰ ਚੀਤ ਮਝਾਰੀ। ਹਰ ਬੰਦਾ ਜੇ ਆਪਣੇ ਧਰਮ ਤੇ ਚੱਲੇ ਤੇ ਸੁਖੀ ਰਹਿੰਦਾ ਤੇ ਸੰਸਾਰ ਵੀ ਸੁਖੀ ਰਹਿੰਦਾ। ਤੇ ਜਦੋਂ ਲੋਕ ਧਰਮ ਦਾ ਰਾਹ ਛੱਡ ਦਿੰਦੇ ਆ, ਅਧਰਮੀ ਹੋ ਜਾਂਦੇ ਆ, ਬੇਈਮਾਨ ਹੋ ਜਾਂਦੇ ਆ, ਫਿਰ ਸਮਾਜ ਦੇ ਵਿੱਚ ਕਲਾ ਕਲੇਸ਼, ਲੜਾਈਆਂ, ਝਗੜੇ, ਦੰਗੇ, ਫਸਾਦ ਸ਼ੁਰੂ ਹੋ ਜਾਂਦੇ ਹਨ। ਧਰਮ ਸਦਾ ਸੁਖ ਕੋ ਉਪਜੰਤਾ। ਇਹ ਧਰਮ ਹੀ ਬੰਦੇ ਨੂੰ ਸੁਖ ਦਿੰਦਾ ਹੈ, ਸਦਾ ਹੀ ਸੁਖ ਦੀ ਖਾਣ ਹੈ ਧਰਮ। ਧਰਮ ਰੂਪ ਹੈ ਖੇਤ ਵਿਸਾਲਾ। ਧਰਮ ਇੱਕ ਬੜਾ ਵੱਡਾ ਖੇਤ ਹੈ। ਸਤ ਸੰਤੋਖ ਬੀਜ ਸਭ ਕਾਲਾ। ਉਸ ਧਰਮ ਦੇ ਖੇਤ ਵਿੱਚ 7 ਸੰਤੋਖ ਦੇ ਬੀਜ ਬੀਜੇ ਜਾਣੇ ਚਾਹੀਦੇ ਹਨ। ਸਮਤਾ, ਸੁਚਤਾ, ਮੁਦਤਾ, ਖਿਮਾ। ਉਹਦੇ ਵਿੱਚ ਸਮਤਾ, ਬਰਾਬਰੀ, ਦੁੱਖ ਸੁੱਖ ਵਿੱਚ ਬਰਾਬਰ ਰਹਿਣਾ, ਮੁੱਦਤਾ, ਪ੍ਰਸੰਨ ਰਹਿਣਾ, ਔਰ ਖਿਮਾ, ਪਵਿੱਤਰਤਾ, ਇਹ ਚੀਜ਼ਾਂ ਹਨ। ਸ਼ਰਧਾ, ਦਇਆ ਕਰਤ ਇਨ ਜਮਾ। ਹਾਂ, ਸ਼ਰਧਾ ਦਾ, ਦਇਆ ਦਾ, ਪਿਆਰ ਦਾ ਬੀਜ ਬੀਜਿਆ ਜਾਵੇ, ਨੇਕੀ ਕੀਤੀ ਜਾਵੇ। ਚੰਗੇ ਗੁਣ ਹਨ ਜਿਹੜੇ
ਸਮ ਦਮ ਤਤੀਕਸ਼ਾ ਸ਼ਰਧਾ ਔਰ ਸਮਤਾ ਖਿਮਾ, ਇਹ ਸ਼ੁਭ ਗੁਣ ਹਨ। ਜਿੰਨੇ ਵੀ ਪ੍ਰਾਨੀ ਜੀਵਹਿ ਜਗ ਮਹਿ ਜਾਵਦ, ਜਿੰਨਾ ਚਿਰ ਪ੍ਰਾਣੀ ਇਸ ਦੁਨੀਆ ਤੇ ਜਿਉਂਦਾ ਹੈ ਉਹਨੂੰ ਇਹਨਾਂ ਚੀਜ਼ਾਂ ਦਾ ਪੱਲਾ ਫੜਨਾ ਚਾਹੀਦਾ। ਸਤ, ਸੰਤੋਖ, ਦਇਆ, ਧਰਮ, ਸੱਚ, ਸੁਚ, ਨੇਕੀ, ਪਰਉਪਕਾਰ, ਤਿਆਗ, ਬੈਰਾਗ, ਖਿਮਾ, ਇਹ ਜਿਹੜੇ ਗੁਣ ਹਨ ਇਹ ਬੰਦੇ ਨੂੰ ਰੱਖਣੇ ਚਾਹੀਦੇ ਹਨ। ਰਛਿਆ ਧਰਮ ਕਰਤਾ ਹੈ ਤਾਵਤ, ਜੇ ਬੰਦਾ ਇਹਨਾਂ ਗੁਣਾਂ ਦਾ ਧਾਰਨੀ ਬਣੇ ਧਰਮ ਉਹਦੀ ਰੱਖਿਆ ਕਰਦਾ ਹੈ, ਧਰਮ ਸੁੱਖ ਦਿੰਦਾ ਹੈ। ਤਿਆਗੈ ਪ੍ਰਾਨ ਮ੍ਰਿਤਕ ਜਬ ਕੋਏ, ਜਦੋਂ ਬੰਦਾ ਮਰ ਜਾਂਦਾ ਹੈ ਭਾਵ ਉਹਦੇ ਪ੍ਰਾਣ ਪੰਖੇਰੂ ਉੱਡ ਜਾਂਦੇ ਹਨ। ਚਲਹਿ ਵੱਡੇ ਮਗ ਇਹ ਗੱਲ ਹੋਏ, ਤੇ ਵੱਡੇ ਰਸਤੇ ਤੇ ਲੰਮੇ ਰਸਤੇ ਤੇ ਬੰਦਾ ਜੀਵ ਆਤਮਾ ਜਾਂਦੀ ਹੈ। ਉਸ ਲੰਮੇ ਪੈਂਡੇ ਵਿੱਚ ਜੀਵ ਆਤਮਾ ਦੇ ਨਾਲ ਸਿਰਫ ਤੇ ਸਿਰਫ ਧਰਮ ਹੀ ਜਾਂਦਾ ਹੈ। ਤਬਹਿ ਸਹਾਇਕ ਧਰਮ ਅਸ਼ੋਕ, ਉਥੇ ਧਰਮ ਬੰਦੇ ਦੀ ਸਹਾਇਤਾ ਕਰਦਾ ਹੈ, ਉਹਦੇ ਦੁੱਖਾਂ ਨੂੰ ਦੂਰ ਕਰਦਾ ਹੈ। ਸਭ ਸੁਖ ਦੇਤ ਬੀਚ ਪਰਲੋਕ, ਔਰ ਪਰਲੋਕ ਦੇ ਵਿੱਚ ਸੁੱਖ ਦਿੰਦਾ ਹੈ ਧਰਮ। ਜਾਂ ਤੇ ਸ਼ੁਭ ਈਮਾਨ ਸਭ ਹੀ ਕੋ, ਇਸ ਕਰਕੇ ਇਹ ਬਾਦਸ਼ਾਹ ਇਮਾਨਦਾਰੀ ਧਰਮਦਾਰੀ ਚੰਗੀ ਚੀਜ਼ ਹੈ। ਬੰਦੇ ਨੂੰ ਆਪਣੇ ਈਮਾਨ ਵਿੱਚ ਧਰਮ 'ਚ ਪੱਕਾ ਰਹਿਣਾ ਚਾਹੀਦਾ ਹੈ। ਤਜਹਨ ਕਬਹੂ ਚਹ ਸੁਖ ਜੀ ਕੋ, ਕਹਿੰਦੇ ਬੰਦੇ ਨੂੰ ਆਪਣਾ ਧਰਮ ਨਹੀਂ ਛੱਡਣਾ ਚਾਹੀਦਾ ਜੇ ਆਪਣਾ ਕਲਿਆਣ ਚਾਹੁੰਦਾ ਹੈ। ਬੇਈਮਾਨ ਦੁਖ ਦੋ ਨਹ ਲੋਕ, ਤੇ ਜੇ ਬੰਦਾ ਬੇਈਮਾਨ ਹੋ ਜਾਵੇ, ਈਮਾਨ ਨੂੰ ਧਰਮ ਨੂੰ ਛੱਡ ਦੇਵੇ, ਇੱਥੇ ਵੀ ਦੁਖੀ ਹੁੰਦਾ ਤੇ ਅੱਗੇ ਵੀ ਧੱਕੇ ਖਾਂਦਾ ਹੈ। ਬੇਈਮਾਨ ਕੇ ਸਦ ਹੀ ਸ਼ੋਕ, ਬੇਈਮਾਨ ਬੰਦੇ ਦੇ ਘਰ ਹਮੇਸ਼ਾ ਸ਼ੋਕ ਪਿਆ ਰਹਿੰਦਾ ਹੈ। ਬੇਈਮਾਨ ਬੰਦਾ ਇੱਥੇ ਵੀ ਦੁਖੀ ਅੱਗੇ ਵੀ ਦੁਖੀ। ਬੇਈਮਾਨ ਦੋਜ਼ਖ ਮਹਿ ਜਾਏ, ਬੇਈਮਾਨ ਹੀ ਨਰਕਾਂ 'ਚ ਜਾਂਦਾ ਹੈ। ਬੇਈਮਾਨ ਨੂੰ ਜਮਾਂ ਦੇ ਡੰਡੇ ਪੈਂਦੇ ਹਨ। ਬੇਈਮਾਨ ਕੀ ਗੋਰ ਜਲਾਏ, ਤੇ ਬੇਈਮਾਨ ਦੀ ਕਬਰ ਸੜਦੀ ਹੈ। ਮਿੱਟੀ ਮੁਸਲਮਾਨ ਕੀ ਦੀ ਅਰਥ ਬਾਬਾ ਰਾਮ ਰਾਏ ਹੋਰ ਤਰ੍ਹਾਂ ਕਰ ਰਹੇ ਨੇ ਬਾਦਸ਼ਾਹ ਨੂੰ ਖੁਸ਼ ਕਰਨ ਲਈ। ਕਹਿੰਦੇ ਆ ਵੀ ਬੇਈਮਾਨ ਦੀ ਕਬਰ ਸੜਦੀ। ਮਹਾਰਾਜ ਨੇ ਤੇ ਮੁਸਲਮਾਨ ਦੀ ਲਿਖਿਆ, ਸਾਫ਼ ਲਿਖਿਆ ਗੁਰੂ ਨਾਨਕ ਦੇਵ ਜੀ ਨੇ ਕਿ ਮੁਸਲਮਾਨ ਦੀ ਤੁਸੀਂ ਕਹਿੰਦੇ ਹੋ ਵੀ ਕਿਆਮਤ ਦੇ ਦਿਨ ਤੱਕ ਡੈੱਡ ਬਾਡੀ ਸੇਫ ਰੱਖਣੀ ਹੈ ਤੇ ਡੈੱਡ ਬਾਡੀ ਅੱਲਾ ਨੇ ਜਿੰਦਾ ਕਰਨੀ ਹੈ। ਤੇ ਤੁਸੀਂ ਇਹ ਭੁਲੇਖਾ ਛੱਡੋ, ਇਹ ਤਾਂ 10-20 ਸਾਲਾਂ 'ਚ ਸੜ ਕੇ ਘੁਮਿਆਰ ਦੇ ਪੇੜ 'ਚ ਪੈ ਕੇ ਮੁੱਕ ਜਾਂਦੀ ਹੈ। ਤੁਸੀਂ ਕਹਿੰਦੇ ਹੋ ਬਰਜ਼ਖ ਦਾ ਸਮਾਂ ਲੱਖਾਂ ਕਰੋੜਾਂ ਸਾਲ ਪਈ ਰਹੇਗੀ ਡੈੱਡ ਬਾਡੀ। ਇਹ ਗੱਲ ਤੁਹਾਡੀ ਗਲਤ ਹੈ। ਮਹਾਰਾਜ ਨੇ ਤਾਂ ਇਹ ਕਹੀ ਹੈ, ਪਰ ਬਾਬਾ ਰਾਮ ਰਾਏ ਜੀ ਹੁਣ ਔਰੰਗਜ਼ੇਬ ਨੂੰ ਖੁਸ਼ ਕਰਨ ਲਈ, ਮੂੰਹ ਲਿਹਾਜ਼ਾ ਰੱਖਣ ਲਈ, ਮੂੰਹ ਮੁਲਾਜ਼ਾ ਕਾਇਮ ਰੱਖਣ ਲਈ ਇੱਦਾਂ ਅਰਥ ਕਰ ਰਹੇ ਨੇ ਕਿ ਬੇਈਮਾਨ ਦੀ ਕਬਰ ਸੜਦੀ ਹੈ। ਇਹ ਗੱਲ ਗੁਰੂ ਨਾਨਕ ਸਾਹਿਬ ਨੇ ਕਹੀ ਹੈ। ਇਤਿਆਦਿਕ ਗੁਰ ਸੁਤ ਨੇ ਕਹਿਓ, ਇਸ ਤਰ੍ਹਾਂ ਜਦੋਂ ਬਾਬੇ ਰਾਮ ਰਾਏ ਜੀ ਨੇ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਅਰਥ ਬਦਲ ਦਿੱਤੇ, ਸ਼ਾਹ ਖੁਸ਼ਾਮਦ ਕੋ ਚਿਤ ਚਾਹਿਓ, ਬਾਦਸ਼ਾਹ ਦੀ ਖੁਸ਼ਾਮਦ ਕਰਨ ਲਈ, ਬਾਦਸ਼ਾਹ ਨੂੰ ਖੁਸ਼ ਕਰਨ ਲਈ ਇੱਦਾਂ ਕੀਤਾ ਹੈ। ਆਪਣੇ ਬਲ ਕੀ ਸੁਧ ਬਿਸਰਾਈ, ਜਦੋਂ ਕਿਸੇ ਦੀ ਖੁਸ਼ਾਮਦ ਕਰੀਦੀ ਹੈ ਨਾ ਉਦੋਂ ਆਪਣੀ ਤਾਕਤ ਆਪਣੀ ਸ਼ਕਤੀ ਭੁੱਲ ਜਾਂਦੀ ਹੈ। ਬਾਬੇ ਰਾਮ ਰਾਏ ਜੀ ਨੂੰ ਆਪਣੀ ਤਾਕਤ ਭੁੱਲ ਗਈ। ਇਹ ਭੁੱਲ ਗਿਆ ਵੀ ਮੇਰੇ ਕੋਲ ਗੁਰੂ ਨਾਨਕ ਨੇ ਕਿੰਨੀਆਂ ਪਾਵਰਾਂ ਦਿੱਤੀਆਂ ਹੋਈਆਂ ਮੈਨੂੰ, ਮੈਂ ਤਾਂ ਇਹਨੂੰ ਦਿਖਾ ਵੀ ਸਕਦਾ। ਮਹਾਰਾਜ ਗੁਰੂ ਹਰਿਰਾਏ ਸਾਹਿਬ ਪਿਤਾ ਜੀ ਨੇ ਕਿਹਾ ਸੀ ਜੋ ਤੂੰ ਕਹੇਗਾ ਹੋ ਜਾਏਗਾ, ਤੇ ਉਹ ਗੱਲ ਭੁੱਲ ਗਈ। ਸਿਰਫ ਦੁਨਿਆਵੀ ਵਡਿਆਈ, ਦੁਨਿਆਵੀ ਆਪਣੀ ਸ਼ੋਹਰਤ ਕਾਇਮ ਰੱਖਣ ਲਈ, ਦੁਨਿਆਵੀ ਮੂੰਹ ਮੁਲਾਜ਼ਾ ਰੱਖਣ ਲਈ, ਲਿਹਾਜ਼ ਰੱਖਣ ਲਈ ਬਾਬੇ ਨਾਨਕ ਦੀ ਬਾਣੀ ਬਦਲ ਦਿੱਤੀ। ਸਤਿਗੁਰ ਗਿਰਾ ਦੀਨ ਉਲਟਾਈ, ਸਤਿਗੁਰੂ ਨਾਨਕ ਸਾਹਿਬ ਜੀ ਦੇ ਬੋਲਾਂ ਨੂੰ ਪਲਟ ਦਿੱਤਾ। ਬਾਬਾ ਰਾਮ ਰਾਏ ਜੀ ਬਹੁਤ ਵੱਡੀ ਭੁੱਲ ਕਰ ਗਏ। ਅਦਬ ਨਾ ਸਮਝੋ ਪਹਿਲੇ ਗੁਰ ਕੋ, ਸ੍ਰੀ ਗੁਰੂ ਨਾਨਕ ਸਾਹਿਬ ਦਾ ਅਦਬ ਨਹੀਂ ਰੱਖਿਆ, ਅਦਬ ਸਤਿਕਾਰ ਭੁੱਲ ਗਏ। ਮਹਾਰਾਜ ਸੱਚੇ ਪਾਤਸ਼ਾਹ ਦਾ ਸਾਧ ਸੰਗਤ ਜੀ, ਇੱਕ ਰਾਮ ਰਾਏ ਸੀ, ਗੁਰੂ ਸਾਹਿਬ ਜੀ ਦੀ ਬਾਣੀ ਦੀ ਇੱਕ ਪੰਕਤੀ ਤੇ ਸ਼ੰਕਾ ਕੀਤਾ, ਪਲਟ ਦਿੱਤੀ। ਅੱਜ ਸਾਰੇ ਆਪਾਂ ਰਾਮ ਰਾਈਏ ਬਣੇ ਫਿਰਦੇ ਹਾਂ। ਕਦੀ 10ਵੇਂ ਪਾਤਸ਼ਾਹ ਦੀ ਬਾਣੀ ਤੇ ਉਂਗਲ ਚੁੱਕਦੇ ਹਾਂ, ਕਦੀ ਭਾਈ ਗੁਰਦਾਸ ਜੀ ਦੀ ਬਾਣੀ ਤੇ ਕਿੰਤੂ ਕਰਦੇ ਹਾਂ, ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਉਂਗਲ ਚੁੱਕ ਲੈਂਦੇ ਹਾਂ, ਤੇ ਗੁਰਬਾਣੀ ਦੇ ਅਰਥ ਬਦਲੇ ਜਾ ਰਹੇ ਹਨ। ਤੇ ਸਾਰੀਆਂ ਸੰਗਤਾਂ ਵੀ ਸੁੱਤੀਆਂ ਪਈਆਂ, ਕੋਈ ਪੁੱਛਣ ਵਾਲਾ ਕੋਈ ਨਹੀਂ ਹੈ। ਕਿਉਂਕਿ ਅਸੀਂ ਸਾਰੇ ਹੁਣ ਮੱਥਾ ਟੇਕਣ ਤੱਕ ਰਹਿ ਗਏ ਹਾਂ ਵੀ ਐਤਵਾਰ ਨੂੰ ਜਾਓ ਮੱਥਾ ਟੇਕੋ ਤੇ ਆ ਜਾਓ। ਗੁਰਬਾਣੀ ਨਹੀਂ ਪੜ੍ਹਦੇ, ਗੁਰਬਾਣੀ ਖੋਜਦੇ ਨਹੀਂ। ਪਤਾ ਜਿਹੜਾ ਕੋਈ ਮੇਰੇ ਵਰਗਾ ਪ੍ਰਚਾਰਕ ਕਹਿ ਦਿੰਦਾ ਉਹੀ ਠੀਕ ਹੈ। ਆਪ ਖੋਜ, ਸਿੱਖ ਤਾਂ ਸਿੱਖਣ ਵਾਲੇ ਨੂੰ ਕਹਿੰਦੇ ਜਿਹੜਾ ਆਪ ਸਿੱਖੇਗਾ ਉਹਨੂੰ ਹੀ ਪਤਾ ਲੱਗਣਾ। ਜਿਹਨੇ ਆਪ ਗੁਰਬਾਣੀ ਸਿੱਖਣੀ ਨਹੀਂ ਉਹਨੂੰ ਜੋ ਮਰਜ਼ੀ ਕੋਈ ਕਹੀ ਜਾਵੇ।
ਤੋ ਬਾਬੇ ਰਾਮ ਰਾਏ ਨੇ ਅਰਥ ਬਦਲ ਦਿੱਤੇ, ਔਰੰਗਜ਼ੇਬ ਨੂੰ ਖੁਸ਼ ਕਰ ਲਿਆ, ਖੋਟੋ ਕਰਿਓ ਮਨੋਰਥ ਔਰ ਕੋ, ਆਪਣੇ ਮਨ ਦਾ ਮਨੋਰਥ ਖੋਟਾ ਕਰ ਲਿਆ। ਬਹੁਤ ਖੋਟਾ ਕੰਮ ਹੋ ਗਿਆ। ਕਲਯੁਗ ਨੇ ਇਹੋ ਜਿਹੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਬਾਬੇ ਰਾਮ ਰਾਏ ਦੀ। ਗੰਢ ਸ਼ਾਹ ਸੋ ਮੇਰੋ ਰਹਿ, ਕਹਿੰਦੇ ਬਾਦਸ਼ਾਹ ਨਾਲ ਮੇਰੀ ਗੰਢ ਪੱਕੀ ਰਵੇ, ਬਾਦਸ਼ਾਹ ਨਾਲ ਮੇਰਾ ਪਿਆਰ ਬਣਿਆ ਰਵੇ, ਇਹ ਮੂੰਹ ਮੁਲਾਜਾ ਬਣਿਆ ਰਵੇ। ਲੱਖ ਹੋ ਦਰਬ ਦੇਤ ਨਿਤ ਅਹੈ, ਲੱਖਾਂ ਰੁਪਈਆ ਰੋਜ਼ ਮਿਲਦਾ ਹੈ। ਹਾਥੀ ਘੋੜੇ ਹਨ, ਪਾਲਕੀਆਂ ਦੀਆਂ ਸਵਾਰੀਆਂ ਹਨ, ਦਿੱਲੀ ਸ਼ਹਿਰ 'ਚ ਮੇਰੀ ਜੈ ਜੈਕਾਰ ਹੈ। ਹਜ਼ਾਰਾਂ ਲੋਕ ਮੈਨੂੰ ਮੱਥਾ ਟੇਕਦੇ ਨੇ, ਹਿੰਦੂ ਮੁਸਲਮਾਨ ਮੇਰੇ ਸੇਵਕ ਬਣ ਗਏ ਨੇ। ਇਸ ਗੱਲ ਨੂੰ ਕਾਇਮ ਰੱਖਣ ਲਈ, ਆਪਣੀ ਦੁਨਿਆਵੀ ਪੋਜੀਸ਼ਨ ਕਾਇਮ ਰੱਖਣ ਲਈ ਬਾਬੇ ਰਾਮ ਰਾਏ ਜੀ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਬੋਲ ਪਲਟਾ ਦਿੱਤੇ। ਤਿਸ ਦਿਨ ਤੇ ਟੂਟਿਓ ਗੁਰਦਿਸ਼ ਤੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਘਰ ਤੋਂ ਟੁੱਟ ਗਏ। ਗੁਰੂ ਨਾਨਕ ਨਾਲੋਂ ਉਦੋਂ ਸਾਂਝ ਟੁੱਟਦੀ ਹੈ ਸਿੱਖ ਦੀ ਜਦੋਂ ਉਹ ਗੁਰੂ ਦੀ ਬਾਣੀ ਨਾਲੋਂ ਟੁੱਟ ਜਾਂਦਾ। ਮਹਾਰਾਜ ਨੇ ਆਪ ਹੀ ਫੈਸਲਾ ਦੇ ਦਿੱਤਾ। ਗੁਰੂ ਨਾਨਕ ਦੇਵ ਜੀ ਧਨਾਸਰੀ ਰਾਜ ਕਹਿੰਦੇ ਨੇ, ਜੈ ਤਨ ਬਾਣੀ ਵਿਸਰ ਜਾਏ, ਜਿਹਨੂੰ ਗੁਰਬਾਣੀ ਭੁੱਲ ਗਈ ਜਿਉਂ ਪੱਕਾ ਰੋਗੀ ਬਿਲ ਲਾਏ। ਉਹ ਸਭ ਤੋਂ ਵੱਡੀ ਕੁਰੈਤ ਹੈ ਜਿਹੜੀ ਗੁਰਬਾਣੀ ਭੁੱਲ ਜਾਣੀ, ਗੁਰਬਾਣੀ ਤੇ ਕਿੰਤੂ ਪਰੰਤੂ ਕਰ ਦੇਣਾ, ਗੁਰਬਾਣੀ ਤੋਂ ਦੂਰ ਹੋ ਜਾਣਾ। ਸਤਿਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਮਹਾਰਾਜ 10 ਪਾਤਸ਼ਾਹੀਆਂ ਦੀ ਜਿੰਨੀ ਵੀ ਬਾਣੀ ਹੈ, ਸਾਧ ਸੰਗਤ ਜੀ ਗੁਰੂ ਰੂਪ ਕਰਕੇ ਜਾਣਨਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜਿਹਨੂੰ ਗੁਰਬਾਣੀ ਤੇ ਸ਼ੰਕਾ ਹੈ ਉਹ ਸਿੱਖ ਨਹੀਂ ਹੈ, ਹੋਰ ਜੋ ਮਰਜ਼ੀ ਬਣਿਆ ਫਿਰੇ। ਬਾਬਾ ਰਾਮ ਰਾਏ ਬਾਬਾ ਬਣ ਗਿਆ, ਬਾਬਾ ਰਾਮ ਰਾਏ ਬਾਦਸ਼ਾਹ ਦਾ ਚਹੇਤਾ ਬਣ ਗਿਆ, ਲੱਖਾਂ ਕਰੋੜਾਂ ਦਾ ਮਾਲਕ ਬਣ ਗਿਆ, ਪਰ ਗੁਰੂ ਦਾ ਸਿੱਖ ਨਹੀਂ ਰਿਹਾ। ਸਿੱਖੀ ਤੋਂ ਖਾਰਜ ਹੋ ਗਿਆ। ਉਸੇ ਵੇਲੇ ਭਾਈ ਸਾਹਿਬ ਲਿਖਦੇ ਨੇ, ਤਿਸ ਥਿਨ ਤੇ ਟੂਟਿਓ ਤਿਸ ਗੁਰ ਤੇ, ਗੁਰੂ ਤੋਂ ਟੁੱਟ ਗਿਆ ਉਸੇ ਵੇਲੇ। ਕਰੇ ਖੁਸ਼ਾਮਤ ਪਲਟਿਓ ਜਿਸ ਤੇ, ਜੇ ਗੁਰੂ ਸਾਹਿਬ ਜੀ ਦੀ ਬਾਣੀ ਬਾਦਸ਼ਾਹ ਦੀ ਖੁਸ਼ਾਮਦ ਕਰਨ ਵਾਸਤੇ ਪਲਟ ਦਿੱਤੀ ਹੈ। ਅਪਰ ਪ੍ਰਸੰਗ ਅਨੇਕ ਚੱਲੇ ਹੈ, ਹੋਰ ਵੀ ਬੜੇ ਪ੍ਰਸੰਗ ਚੱਲੇ ਬਾਦਸ਼ਾਹ ਦੀ ਕਚਹਿਰੀ ਵਿੱਚ। ਉੱਤਰ ਸਭ ਕੋ ਦੇ ਭਲੇ ਹੈ, ਬਾਦਸ਼ਾਹ ਦੇ ਸਾਰੇ ਸਵਾਲਾਂ ਦਾ ਜਵਾਬ ਦੇਈ ਜਾਂਦਾ ਹੈ, ਪਰ ਹੁਣ ਅੰਦਰ ਸ਼ਕਤੀ ਨਹੀਂ ਰਹੀ। ਅੰਦਰ ਉਹ એનર્ਜੀ ਜਿਹੜੀ ਸੀ ਨਾ ਉਹ ਟੁੱਟ ਗਈ, ਉਹ ਲਿੰਕ ਟੁੱਟ ਗਿਆ, ਉਹ ਪਾਵਰ ਖਤਮ ਹੋ ਗਈ। ਸਭਾ ਉਠੀ ਪੁਨ ਆਇਓ ਡੇਰੇ, ਬਾਦਸ਼ਾਹ ਦੀ ਕਚਹਿਰੀ ਬਰਖਾਸਤ ਹੋ ਗਈ ਤੇ ਬਾਬਾ ਰਾਮ ਰਾਏ ਮਜਨੂ ਦੇ ਟਿੱਲੇ ਵਾਪਸ ਆਪਣੇ ਡੇਰੇ ਆ ਗਿਆ। ਖਾਨ ਪਾਨ ਕਨ ਹਰਖ ਬਡੇਰੇ, ਖਾਣ ਪਾਣ ਕਰਕੇ ਲੰਗਰ ਪ੍ਰਸ਼ਾਦਾ ਛਕ ਕੇ ਅੱਗੇ ਜੇਤਕ ਅਜ਼ਮਤ ਦਈ, ਅੱਗੇ ਜਿੰਨੀ ਕਰਾਮਾਤਾਂ ਦਿਖਾਈਆਂ ਸਨ, ਲਿਖ ਲਿਖ ਸਕਲ ਪਠਾਵਨ ਕਈ, ਉਹ ਸਾਰੀਆਂ ਲਿਖ ਲਿਖ ਕੇ ਬਾਦਸ਼ਾਹ ਦੇ ਕੋਲੋਂ ਗੁਰੂ ਸਾਹਿਬ ਕੋਲ 7ਵੇਂ ਪਾਤਸ਼ਾਹ ਕੋਲ ਭੇਜੀਆਂ ਜਾਂਦੀਆਂ ਸਨ। ਰੋਜ਼ ਦੀ ਰੋਜ਼ ਖਬਰ ਪਹੁੰਚਦੀ ਸੀ ਗੁਰੂ ਹਰਾਏ ਸਾਹਿਬ ਨੂੰ ਵੀ ਅੱਜ ਬਾਬੇ ਰਾਮ ਰਾਏ ਨੇ ਆਹ ਕਰਾਮਾਤ ਦਿਖਾਈ ਹੈ, ਅੱਜ ਬਾਬੇ ਰਾਮ ਰਾਏ ਨੇ ਆਹ ਕਰਾਮਾਤ ਦਿਖਾਈ ਹੈ। ਇਹ ਬਰਤਾਂਤ ਸੁਣ ਕਹਿ ਸਿੱਖ ਕੋਈ, ਕਹਿੰਦੇ ਕਿਸੇ ਸਿੱਖ ਨੇ ਇਹ ਗੱਲ ਵੀ ਲਿਖ ਕੇ ਭੇਜੀ ਹੈ। ਲਿਖ ਅਰਦਾਸ ਚੱਲਿਓ ਲੈ ਸੋਈ, ਉਹ ਨਾਲ ਦੀ ਨਾਲ ਖਬਰ ਆਉਂਦੀ ਸੀ। ਅੱਜ ਦੀ ਡਾਇਰੀ ਵੀ ਮਹਾਰਾਜ ਕੋਲ ਪਹੁੰਚਣੀ ਸੀ। ਅੱਜ ਦੀ ਖਬਰ ਵੀ ਉਹ ਤਾਂ ਜਾਣੀ ਜਾਣ ਸਤਿਗੁਰੂ ਜਾਣਦੇ ਹੀ ਹੈ, ਪਰ ਦੁਨਿਆਵੀ ਮਰਿਆਦਾ ਰੱਖਣ ਵਾਸਤੇ ਇੱਕ ਸਿੱਖ ਲਿਖ ਕੇ ਭੇਜਦਾ ਸੀ। ਉਹ ਲਿਖ ਕੇ ਭੇਜਣ ਵਾਲੇ ਨੇ ਅੱਜ ਦੀ ਵੀ ਸਾਰੀ ਗੱਲਬਾਤ ਲਿਖ ਕੇ ਭੇਜੀ ਹੈ। ਸਕਲ ਕੁਸ਼ਲ ਕੀ ਗਾਥ ਪਠਾਈ, ਨਾਲੇ ਦਿੱਲੀ ਦਾ ਹਾਲ ਚਾਲ ਸੁਖ ਸ਼ਾਂਤ ਵੀ ਲਿਖ ਕੇ ਭੇਜਿਆ ਹੈ। ਸ਼ਾਹ ਸਾਥ ਜਿਮ ਲਿਖਿਓ ਤਥਾਈ, ਜਿਵੇਂ ਬਾਦਸ਼ਾਹ ਦੇ ਨਾਲ ਬਾਬੇ ਰਾਮ ਰਾਏ ਨੇ ਗੱਲਬਾਤ ਕੀਤੀ ਹੈ ਤੇ ਗੁਰਬਾਣੀ ਦੀ ਪੰਕਤੀ ਬਦਲੀ ਹੈ ਨਾ, ਮਿੱਟੀ ਮੁਸਲਮਾਨ ਕੀ ਦੀ ਥਾਂ ਤੇ ਬੇਈਮਾਨ ਕੀ ਕੀਤਾ ਹੈ। ਦਿੱਲੀ ਤੇ ਚਲ ਸਿੱਖ ਤੂਰਨ, ਦਿੱਲੀ ਤੋਂ ਸਿੱਖ ਲੈ ਕੇ ਚਿੱਠੀ ਤੁਰ ਪਿਆ, ਕ੍ਰਮ ਤੇ ਉਲੰਘਿਓ ਪੰਥ ਸੰਪੂਰਨ, ਔਰ ਸਾਰਾ ਪੈਂਡਾ ਲੰਘ ਕੇ ਕੀਰਤਪੁਰ ਸਤਿਗੁਰ ਹਰਿ ਰਾਏ, ਗੁਰੂ ਹਰਾਏ ਸਾਹਿਬ ਜੀ ਮਹਾਰਾਜ ਉਸ ਵੇਲੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਬਿਰਾਜਮਾਨ ਸਨ। 7ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਸਿੱਖ ਉਹ ਸਾਰੀ ਵਾਰਤਾ ਲਿਖ ਕੇ ਲਿਆਇਆ ਹੈ। ਤਿੰਨ ਢਿੱਗ ਪਹੁੰਚਿਓ ਬੰਦੇ ਪਾਏ, ਆ ਕੇ 7ਵੇਂ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ, ਮੱਥਾ ਟੇਕਿਆ ਹੈ। ਸਕਲ ਕੁਸ਼ਲ ਅਰਦਾਸ ਸੁਨਾਈ, ਬਾਬੇ ਰਾਮ ਰਾਏ ਦੀ ਸੁਖ ਸ਼ਾਂਤ ਹਾਲ ਚਾਲ ਦਿੱਲੀ ਦਾ ਸਾਰਾ ਵਰਤਾਰਾ ਦੱਸਿਆ ਹੈ। ਅਪਰ ਹਕੀਕਤ ਪੁਨਹ ਬੁਝਾਈ, ਫਿਰ ਉਹ ਗੱਲ ਵੀ ਦੱਸੀ ਹੈ ਜਿਹੜੀ ਬਾਦਸ਼ਾਹ ਦੀ ਕਚਹਿਰੀ ਵਿੱਚ ਨਵੀਂ ਵਾਪਰੀ ਹੈ। ਅੰਤਰ ਜਾਮੀ ਰਾਵਰ ਸਾਰੇ, ਬਾਬਾ ਰਾਮ ਰਾਏ ਦੇ ਬਾਰੇ ਸਤਿਗੁਰੂ ਜੀ ਨੇ ਪੁੱਛਿਆ, ਸੁਣਾਓ ਅੱਜ ਉਹਦਾ ਕੀ ਹਾਲ ਹੈ ਹੁਣ? ਤੇ ਸਿੱਖ ਨੇ ਆਖਿਆ, ਮਹਾਰਾਜ ਤੁਸੀਂ ਅੰਤਰਜਾਮੀ ਹੋ, ਜਾਣੀ ਜਾਣ ਹੋ,
ਆਪ ਜੀ ਤੋਂ ਕੋਈ ਗੱਲ ਲੁਕੀ ਛਿਪੀ ਨਹੀਂ ਹੈ। ਬਿਨਾ ਕਹੇ ਜਾਣੋ ਜਗ ਕਾਰੇ। ਇਹ ਸੱਚੇ ਪਾਤਸ਼ਾਹ ਬਿਨਾਂ ਕਹੇ ਵੀ ਜਾਣਦੇ ਹੋ, ਮੇਰੇ ਦੱਸਣ ਤੋਂ ਬਿਨਾਂ ਹੀ ਜਾਣਦੇ ਹੋ ਆਪ ਜੀ। ਸ੍ਰੀ ਹਰਿ ਰਾਏ ਨਿਕਟ ਸਿੱਖ ਸੰਗਤ। ਹਾਂ, ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਸਿੱਖ ਸੰਗਤ ਸਾਰੀ ਬੈਠੇ ਹੋਤੇ ਨਿਕਟ ਕਰ ਪੰਗਤ। ਬੈਠੀ ਹੋਈ ਸੀ, ਦੀਵਾਨ ਸਜਿਆ ਹੋਇਆ ਸੀ ਤੇ ਮੇਵੜਾ ਜਿਹੜਾ ਦਿੱਲੀ ਤੋਂ ਚਿੱਠੀ ਲੈ ਕੇ ਆਇਆ ਸੀ ਅਰਦਾਸੀਆ, ਉਹ ਸੁਣਾ ਰਿਹਾ ਸੀ। ਸਭਨ ਕੇ ਸੁਨਾਏ ਬੇਕਾਰਨ। ਸਾਰਿਆਂ ਨੂੰ ਸੁਣਾਉਣ ਵਾਸਤੇ। ਸਿੱਖ ਸੋ ਸਤਿਗੁਰ ਕੀਨ ਉਚਾਰਨ। ਮਹਾਰਾਜ ਨੇ ਸਿੱਖ ਨੂੰ ਆਖਿਆ ਸਾਨੂੰ ਤੇ ਪਤਾ ਹੀ ਹੈ, ਪਰ ਆਹ ਸੰਗਤ ਵੀ ਸੁਣਨਾ ਚਾਹੁੰਦੀ ਹੈ, ਸਾਰਿਆਂ ਨੂੰ ਸੁਣਾ, ਕਿਸੇ ਨੂੰ ਵੀ ਕੋਈ ਪੜਦਾ ਨਾ ਰਵੇ। ਕਹੋ ਬਿਰਤਾਂਤ ਦਿੱਲੀ ਮਹਿ ਜੈਸਾ। ਜੋ ਦਿੱਲੀ 'ਚ ਹੋਇਆ ਹੈ ਸਾਨੂੰ ਪਤਾ ਹੈ, ਅਸੀਂ ਤਾਂ ਜਾਣੀ ਜਾਣਾ, ਪਰ ਇਹ ਸੰਗਤ ਤਾਂ ਨਹੀਂ ਨਾ ਜਾਣੀ ਜਾਣ, ਇਹਨਾਂ ਨੂੰ ਪਤਾ ਲੱਗ ਜਾਵੇ, ਇਹਨਾਂ ਨੂੰ ਸੁਣਾ ਦੇ। ਤੁਰਕੇਸ਼ਰ ਵਰਤੈ ਕਹੋ ਕੈਸਾ। ਬਾਦਸ਼ਾਹ ਦੇ ਨਾਲ ਕਿੱਦਾਂ ਦਾ ਬਿਹੇਵ ਹੋ ਰਿਹਾ, ਬਾਦਸ਼ਾਹ ਬਾਬੇ ਰਾਮ ਰਾਏ ਨਾਲ ਕਿੱਦਾਂ ਵਰਤ ਰਿਹਾ ਹੈ। ਰਾਮ ਰਾਏ ਕੋ ਮਿਲਬੋ ਭਇਓ। ਰਾਮ ਰਾਏ ਦਾ ਮੇਲ ਹੋਇਆ, ਕਿਵੇਂ ਕਿਵੇਂ ਗੱਲਾਂ ਬਾਤਾਂ ਹੋਈਆਂ, ਸਾਰੀਆਂ ਸੁਣਾ ਦੇ। ਕਿਸ ਪ੍ਰਕਾਰ ਪੂਰਬ ਚਲ ਗਇਓ। ਤੇ ਕਿਵੇਂ ਗਿਆ ਰਾਮ ਰਾਏ ਦਿੱਲੀ, ਤੇ ਕਿਵੇਂ ਉੱਥੇ ਜਾ ਕੇ ਉਸਨੇ ਕਰਾਮਾਤਾਂ ਦਿਖਾਈਆਂ ਨੇ। ਬਚਨ ਸਪਰਸ਼ਨ ਕੈਸੇ ਕੀਏ। ਬਾਦਸ਼ਾਹ ਨਾਲ ਬਚਨ ਬਿਲਾਸ ਮੇਲ ਜੋਲ ਕਿੱਦਾਂ ਹੋਇਆ ਹੈ। ਕਿਮ ਉਤਰ ਬਾਦੀ ਕਹਿ ਦੀਏ। ਔਰ ਔਰੰਗਜ਼ੇਬ ਦੇ ਸਵਾਲਾਂ ਦਾ ਬਾਬੇ ਰਾਮ ਰਾਏ ਨੇ ਜਵਾਬ ਕੀ ਦਿੱਤਾ ਹੈ। ਲੈਣ ਦੇਣ ਕੋ ਕਿਮ ਵਿਵਹਾਰ। ਉੱਥੇ ਲੈਣ ਦੇਣ ਦਾ ਕੀ ਵਿਹਾਰ ਹੈ, ਕਿੱਦਾਂ ਗੁਰੂ ਕਾ ਲੰਗਰ ਚੱਲਦਾ ਹੈ, ਸੰਗਤਾਂ ਕਿੰਨੀਆਂ ਨੇ, ਕੀ ਹੈ, ਸਾਰਾ ਕੁਝ ਸੰਗਤ ਨੂੰ ਦੱਸ ਦੇ। ਕਿਮ ਸਨਮਾਨ ਅਮਾਨ ਉਚਾਰ। ਕਿਵੇਂ ਬਾਦਸ਼ਾਹ ਸਨਮਾਨ ਕਰਦਾ ਹੈ। ਕਿਤਕ ਦਿਵਸ ਮਹਿ ਮੇਲ ਕਰੰਤੇ। ਕਿੰਨੇ ਦਿਨਾਂ ਬਾਅਦ ਬਾਬਾ ਰਾਮ ਰਾਏ ਬਾਦਸ਼ਾਹ ਨੂੰ ਜਾ ਕੇ ਕਚਹਿਰੀ 'ਚ ਮਿਲਦਾ ਹੈ। ਕਰਾਮਾਤ ਕਿਮ ਤਿਸੈ ਦਿਖੰਤੇ। ਤੇ ਬਾਬਾ ਰਾਮ ਰਾਏ ਕਰਾਮਾਤਾਂ ਕਿੱਦਾਂ ਦੀਆਂ ਦਿਖਾਉਂਦਾ ਹੈ। ਕਿਮ ਸਤਿਗੁਰ ਕਰ ਕੀ ਵਡਿਆਈ। ਗੁਰੂ ਘਰ ਦੀ ਵਡਿਆਈ ਕਿਸ ਤਰ੍ਹਾਂ ਪ੍ਰਗਟ ਕੀਤੀ ਹੈ। ਰੱਖੈ ਸ਼ਾਹ ਕੇ ਬਾਦ ਉਠਾਈ। ਬਾਦਸ਼ਾਹ ਸਤਿਕਾਰ ਰੱਖਦਾ ਹੈ ਕਿ ਝਗੜੇ ਕਰਦਾ ਹੈ। ਆਗੇ ਭੀ ਸਦ ਆਵਤ ਰਹੀ। ਅੱਗੇ ਵੀ ਖਬਰ ਆਉਂਦੀ ਰਹੀ ਹੈ, ਅੱਜ ਦੀ ਜਿਹੜੀ ਖਬਰ ਹੈ ਉਹ ਸਾਰੀ ਸੁਣਾ ਸੰਗਤ ਦੇ ਵਿੱਚ। ਜਿਮ ਬੀਤੀ ਨਰ ਗਨ ਤਿਮ ਕਹੀ। ਆ ਜਿਵੇਂ ਬੀਤੀ ਹੈ ਸੰਗਤ ਸੁਣਨਾ ਚਾਹੁੰਦੀ ਹੈ, ਸੁਣਾ ਸਾਰੀ ਸੰਗਤ ਨੂੰ। ਤਉ ਸਮੀਪੀ ਤੂੰ ਨਿਤ ਰਹੈ। ਤੂੰ ਬਾਬੇ ਰਾਮ ਰਾਏ ਦੇ ਕੋਲ ਰਹਿੰਦਾ ਹੈ, ਤੈਨੂੰ ਸਾਰਾ ਪਤਾ ਹੈ। ਅਲਪ ਅਧਿਕ ਗਤ ਸਭ ਹੂੰ ਲਹੈ। ਵੱਡੀ ਛੋਟੀ ਸਾਰੀ ਗੱਲ ਦਾ ਤੈਨੂੰ ਪਤਾ ਹੈ। ਜਬ ਕੇ ਦਿੱਲੀ ਨਗਰ ਪ੍ਰਵੇਸ਼ੇ। ਜਦੋਂ ਦੇ ਬਾਬੇ ਰਾਮ ਰਾਏ ਜੀ ਦਿੱਲੀ ਗਏ ਹਨ, ਤਬ ਕੋ ਸਬਰ ਤਾਂਤ ਕਹ ਤੈਸੇ। ਉਹ ਸਾਰੀ ਗੱਲ ਸੁਣਾ ਦੇ ਖੋਲ ਕੇ। ਇਮ ਸਤਿਗੁਰ ਤੇ ਸੁਨ ਸਿੱਖ ਸੋਏ। ਉਹ ਸਿੱਖ ਨੂੰ ਜਦੋਂ ਮਹਾਰਾਜ ਨੇ ਕਿਹਾ ਵੀ ਸੰਗਤ ਸਾਰੀ 'ਚ ਸੁਣਾ, ਤੇ ਉਹ ਸਿੱਖ ਨੇ ਹੱਥ ਜੋੜ ਲਏ। ਕਰੀ ਅਰਦਾਸ ਬੰਦ ਕਰ ਦੋਏ। ਹੱਥ ਜੋੜ ਕੇ ਉਹ ਅਰਦਾਸ ਬੇਨਤੀ ਕਰਦਾ ਸਤਿਗੁਰੂ ਜੀ ਨੂੰ। ਜਬ ਕੇ ਪੁਰੀ ਪ੍ਰਵੇਸ਼ੇ ਜਾਏ। ਇਹ ਸੱਚੇ ਪਾਤਸ਼ਾਹ ਜੀ ਜਦੋਂ ਦੇ ਬਾਬਾ ਰਾਮ ਰਾਏ ਜੀ ਦਿੱਲੀ ਪ੍ਰਵੇਸ਼ੇ ਹਨ, ਰਹੇ ਤਹਾਂ ਆਨੰਦ ਉਪਜਾਏ। ਉਦੋਂ ਦੇ ਬੜੇ ਆਨੰਦ ਵਿੱਚ ਹਨ, ਬੜੇ ਸਤਿਕਾਰ ਮਾਣ ਉਹਨਾਂ ਦਾ ਹੋ ਰਿਹਾ ਹੈ। ਅਜ਼ਮਤ ਜਾਚਤ ਜਿਮ ਤੁਰਕੇਸ਼। ਜਿੱਦਾਂ ਜਿੱਦਾਂ ਬਾਦਸ਼ਾਹ ਕਰਾਮਾਤਾਂ ਸ਼ਕਤੀਆਂ ਮੰਗਦਾ ਹੈ, ਵੇਖਣਾ ਚਾਹੁੰਦਾ ਹੈ, ਪੁੱਤਰ ਆਪ ਕੋ ਦੇ ਤਿਮ ਬੇਸ਼। ਬਾਬਾ ਰਾਮ ਰਾਏ ਉਦਾਂ ਹੀ ਦਿਖਾ ਦਿੰਦੇ ਹਨ ਕਰਾਮਾਤਾਂ ਸ਼ਕਤੀਆਂ। 10 ਅਰ 3000 ਦਰਬ ਦੇ। ਹਾਂ, ਕਹਿੰਦੇ ਰੋਜ਼ 13,000 ਰੁਪਈਆ ਬਾਬੇ ਰਾਮ ਰਾਏ ਨੂੰ ਬਾਦਸ਼ਾਹ ਖਰਚਾ ਦਿੰਦਾ ਰੋਜ਼ ਦਾ। 13,000 ਉਸ ਜ਼ਮਾਨੇ ਵਿੱਚ ਕਹਿੰਦੇ ਉਹ ਰੋਜ਼ ਦਾ ਖਰਚਾ ਹੈ, ਘੋੜਿਆਂ ਦਾ, ਹਾਥੀਆਂ ਦਾ, ਤੇ ਆਈਆਂ ਹੋਈਆਂ ਸੰਗਤਾਂ ਦਾ ਲੰਗਰ ਪਾਣੀ। ਹਜ਼ਾਰਾਂ ਬੰਦੇ ਉੱਥੇ ਆਉਂਦੇ, ਲੰਗਰ ਚੱਲਦਾ ਰਹਿੰਦਾ ਹੈ। ਨਿਤ ਪ੍ਰਤ ਬਾਂਛਤ ਅਪਰ ਸਰਬ ਦੇ। ਔਰ ਜੋ ਵੀ ਲੋੜ ਹੁੰਦੀ ਹੈ ਬਾਦਸ਼ਾਹ ਦਿੰਦਾ ਹੈ। ਬਧਿਓ ਸਮਾਜ ਤਰੰਗਮ ਆਦ। ਹਾਥੀ ਘੋੜੇ ਹੁਣ ਬਹੁਤ ਵੱਧ ਗਏ ਨੇ। ਬਾਬੇ ਰਾਮ ਰਾਏ ਦਾ ਲਾਓ ਲਸ਼ਕਰ ਦਿੱਲੀ 'ਚ ਬਹੁਤ ਜ਼ਿਆਦਾ ਹੋ ਗਿਆ ਹੈ। ਤਿਗ ਸਿੱਖ ਸੰਗਤ ਬਹੁ ਅਹਲਾਦ। ਔਰ ਕੋਲ ਸੰਗਤਾਂ ਵੀ ਬੜੀਆਂ ਆਉਂਦੀਆਂ ਨੇ। ਨਾ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦਾ ਮੇਲਾ ਲੱਗਾ ਰਹਿੰਦਾ ਹੈ। ਸਿੱਖ ਹਜ਼ਾਰਾਂ ਹੋਏ ਆਨ। ਹਜ਼ਾਰਾਂ ਨਵੇਂ ਸਿੱਖ ਵੀ ਬਣ ਗਏ ਨੇ ਦਿੱਲੀ ਵਿੱਚ ਆ ਕੇ। ਅਧਿਕ ਪ੍ਰਤਾਪ ਭਇਓ ਤਿਸ ਥਾਨ। ਉੱਥੇ ਬੜਾ ਵੱਡਾ ਪ੍ਰਤਾਪ ਬਾਬੇ ਰਾਮ ਰਾਏ ਦਾ ਦਿੱਲੀ ਵਿੱਚ। ਨਿਕਟ ਨਰੰਗੇ ਕੇ ਨਿਤ ਜਾਤ। ਔਰ ਬਾਦਸ਼ਾਹ ਦੀ ਕਚਹਿਰੀ 'ਚ ਬਾਬਾ ਜੀ ਰੋਜ਼ ਜਾਂਦੇ ਨੇ। ਸਨਮਾਨਤ ਕਹਿ ਮਾਧੁਰ ਬਾਤ। ਔਰ ਬਾਦਸ਼ਾਹ ਬੜੇ ਪ੍ਰੇਮ ਦੀਆਂ ਗੱਲਾਂ ਕਰਦਾ ਹੈ, ਸਨਮਾਨ ਇੱਜ਼ਤ ਬੜੀ ਕਰਦਾ ਹੈ। ਵਸਤ ਅਮੋਲਕ ਅਰਪਣ ਕਰੈ। ਔਰ ਬੜੀਆਂ ਕੀਮਤੀ ਚੀਜ਼ਾਂ ਬਾਬਾ ਜੀ ਨੂੰ ਭੇਟਾ ਕਰਦਾ ਹੈ। ਅਜ਼ਮਤ ਦੇਖ
ਪਾਹੁ ਉਰ ਧਰੈ ਬਾਬਾ ਜੀ ਦੀ ਕਰਾਮਾਤ ਦੇਖ ਕੇ ਬੜੀ ਸ਼ਰਧਾ ਰੱਖਦਾ ਹੈ। ਚੜ੍ਹੈ ਕਿਤਹੁ ਨਿਜ ਸਾਥ ਚੜਾਵੈ ਹੈ। ਜੇ ਬਾਦਸ਼ਾਹ ਕਿਤੇ ਸ਼ਿਕਾਰ ਖੇਡਣ ਜਾਵੇ ਜਾਂ ਸੈਰ ਕਰਨ ਜਾਵੇ ਨਾਲ ਲੈ ਕੇ ਜਾਂਦਾ ਹੈ। ਸ਼ਬਬਾ ਤਨ ਕਹ ਕਹੈ ਕਹਾਵੈ ਹੈ। ਤੇ ਬਾਬਾ ਜੀ ਨਾਲ ਬੜੇ ਪ੍ਰੇਮ ਦੇ ਬਚਨ ਬਿਲਾਸ ਕਰਦਾ ਹੈ। ਬ੍ਰਿਤ ਅਖੇਰ ਜਾਤ ਹੈ ਸੰਗ ਤੇ ਸ਼ਿਕਾਰ ਖੇਡਣ ਬਾਬਾ ਰਾਮ ਰਾਏ ਜੀ ਰੋਜ਼ ਬਾਦਸ਼ਾਹ ਦੇ ਨਾਲ ਜਾਂਦੇ ਹਨ। ਗਜ ਸਿਵਕਾ ਕੈ ਚੜ੍ਹੈ ਤੁਰੰਗ ਕਦੀ ਹਾਥੀ ਤੇ ਕਦੀ ਪਾਲਕੀ ਤੇ ਕਦੀ ਘੋੜੇ ਦੀ ਸਵਾਰੀ ਕਰਦੇ ਨੇ। ਗੁਰ ਅਰਜਨ ਸ਼੍ਰੀ ਹਰਿ ਗੋਬਿੰਦ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਨਕੋ ਭਾਜਮ ਮਾਨ ਬਿਲੰਦ ਜਦੋਂ ਜਿਵੇਂ ਇਹਨਾਂ ਦਾ ਪ੍ਰਤਾਪ ਸੀਗਾ ਨਾ ਉਵੇਂ ਹੀ ਬਾਬੇ ਰਾਮ ਰਾਏ ਦਾ ਪ੍ਰਤਾਪ ਹੋਇਆ ਪਿਆ ਦਿੱਲੀ ਦੇ ਵਿੱਚ। ਤਸੀ ਰੀਤ ਰਾਵਰ ਕੇ ਸੁਤ ਕੋ ਜਿਵੇਂ ਮਹਾਰਾਜ ਵੱਡਿਆਂ ਗੁਰੂ ਸਾਹਿਬਾਂ ਦੇ ਸਮੇਂ ਹਜ਼ਾਰਾਂ ਸੰਗਤਾਂ ਇਕੱਠੀਆਂ ਹੁੰਦੀਆਂ ਸੀ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਸਮੇਂ ਤਾਂ ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਦਿੱਲੀ ਜਾਂਦੇ ਸੀ ਤਾਂ ਉੱਥੇ ਵੀ ਲੱਖਾਂ ਸੌ ਲੋਕ ਇਕੱਠੇ ਹੋ ਜਾਂਦੇ ਸੀ। ਉਹਨਾਂ ਦਾ ਬਾਦਸ਼ਾਹ ਵਾਲਾ ਹੀ ਕੰਮ ਸੀ। ਰੋਜ਼ ਲੰਗਰ ਜਿਹੜਾ ਸੀ ਛੇਵੇਂ ਪਾਤਸ਼ਾਹ ਦਾ ਹਜ਼ਾਰਾਂ ਲੱਖਾਂ ਲੋਕਾਂ ਵਾਸਤੇ ਰੋਜ਼ ਪੱਕਦਾ ਸੀਗਾ। ਇਦਾਂ ਹੀ ਬਾਬੇ ਰਾਮ ਰਾਏ ਦੀ ਹੁਣ ਮਹਿਮਾ ਦਿੱਲੀ 'ਚ ਹੋ ਰਹੀ ਹੈ। ਕਰਹਿ ਸ਼ਾਹੋ ਅਰ ਰਾਖੈ ਹਿਤ ਕੋ ਬਾਦਸ਼ਾਹ ਉਹਨਾਂ ਦਾ ਸਤਿਕਾਰ ਵੀ ਕਰਦਾ ਤੇ ਪ੍ਰੇਮ ਨਾਲ ਉਹਨਾਂ ਨੂੰ ਸਾਰੀਆਂ ਚੀਜ਼ਾਂ ਭੇਟਾ ਕਰਦਾ ਹੈ। ਬਹਿਲੋ ਕੇ ਭਾਈ ਗੁਰਦਾਸ ਭਾਈ ਬਹਿਲੋ ਫਫੜੇ ਵਾਲੇ ਉਹਨਾਂ ਦੇ ਪੋਤਰੇ ਭਾਈ ਗੁਰਦਾਸ ਹੋਰੀ ਉੱਥੇ ਰਹਿੰਦੇ ਹਨ। ਇਤਿਆਦਿਕ ਸਿੱਖ ਸਭ ਮਹਿ ਰਹਿ ਪਾਸ ਉਹਦਾ ਭਾਈ ਤਾਰਾ ਚੰਦ ਆਦਿਕ ਸਾਰੇ ਉੱਥੇ ਰਹਿੰਦੇ ਹਨ। ਵੱਡੀ ਭੀੜ ਨਿਤ ਪ੍ਰਤ ਟਿਗ ਹੋਵੈ ਬੜੀ ਭੀੜ ਬੜੀ ਸੰਗਤ ਉਹਨਾਂ ਦੇ ਕੋਲ ਰਹਿੰਦੀ ਹੈ। ਤਰਹਿ ਭਾਵ ਦਰਸ਼ਨ ਕਹ ਜੋਵੈ ਔਰ ਬੜੀ ਭਾਵਨਾ ਨਾਲ ਲੋਕ ਦਰਸ਼ਨ ਕਰਦੇ ਹਨ। ਬਹੁਤ ਧਨ ਤਰਹਿ ਉਪਾਇਨ ਅਰਪਹਿ ਮਹਾਰਾਜ ਬੜਾ ਪੈਸਾ ਚੜਦਾ ਬੜੀ ਭੇਟਾ ਚੜਦੀ ਹੈ। ਬਰ ਕੋ ਜਾਚ ਸਰਾਪ ਤੇ ਡਰ ਪਹਿ ਲੋਕ ਡਰਦੇ ਨੇ ਕੋਈ ਬਾਬਾ ਰਾਮ ਰਾਏ ਜੀ ਸ਼ਰਾਪ ਨਾ ਦੇ ਦੇਣ। ਵਰ ਮੰਗਦੇ ਨੇ ਤੇ ਸ਼ਰਾਪ ਤੋਂ ਡਰਦੇ ਨੇ ਲੋਕ। ਜੈ ਜੈਕਾਰ ਕਰਨ ਕੋ ਸਾਰੇ ਸਾਰੀ ਦਿੱਲੀ 'ਚ ਗੁਰੂ ਨਾਨਕ ਦੀ ਜੈ ਜੈਕਾਰ ਹੋ ਰਹੀ ਹੈ। ਨਮੋ ਕਰਹਿ ਅਰ ਬਿਨੈ ਉਚਾਰੇ ਸਾਰੇ ਬਾਬੇ ਰਾਮ ਰਾਏ ਨੂੰ ਮੱਥਾ ਟੇਕਦੇ ਨੇ ਬੇਨਤੀਆਂ ਕਰਦੇ ਨੇ। ਜਾਨਤ ਹੋ ਬਰ ਤੈ ਜਗ ਜੀਤੀ ਮਹਾਰਾਜ ਆਪ ਸਭ ਜਾਣਦੇ ਹੋ ਵੀ ਜਿਵੇਂ ਉਹ ਦਿੱਲੀ 'ਚ ਹੋ ਰਿਹਾ ਹੈ। ਅਜ਼ਮਤ ਦੀਨ ਕਹੋ ਅਬਤੀਤੀ ਜਿੰਨੀਆਂ ਕਰਾਮਾਤਾਂ ਦਿਖਾਈਆਂ ਉਹ ਵੀ ਮੈਂ ਦੱਸਦਾ ਹਾਂ। ਕਬਿਤ ਸੋ ਸਾਧ ਸੰਗਤ ਜੀ ਹੁਣ ਸਿੱਖ ਬਾਬੇ ਰਾਮ ਰਾਏ ਦੀਆਂ ਦਿਖਾਈਆਂ ਹੋਈਆਂ ਕਰਾਮਾਤਾਂ ਦਾ ਸੰਖੇਪ ਵਿੱਚ ਜ਼ਿਕਰ ਕਰੇਗਾ। ਫਿਰ ਜਿਹੜੀ ਉਹ ਮਿੱਟੀ ਮੁਸਲਮਾਨ ਕੀ ਦੀ ਪੰਕਤੀ ਬਦਲੀ ਹੈ ਮਿੱਟੀ ਬੇਈਮਾਨ ਕੀ ਕਿਹਾ ਹੈ ਫਿਰ ਉਹ ਵੀ ਗੱਲ ਸੁਣਾਏਗਾ। ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿ ਦੇਣਗੇ ਜਿਨ ਪੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ। ਇਤਨੇ ਜ਼ਿਆਦਾ ਨਾਰਾਜ਼ ਹੋ ਗਏ ਮਹਾਰਾਜ ਸੱਚੇ ਪਾਤਸ਼ਾਹ ਕਿ ਬਾਬੇ ਰਾਮ ਰਾਏ ਨੂੰ ਇਹ ਬਚਨ ਹੋ ਗਿਆ ਵੀ ਸਾਡੇ ਮੱਥੇ ਨਾ ਲੱਗੇ, ਅਸੀਂ ਉਹਦੇ ਦਰਸ਼ਨ ਨਹੀਂ ਕਰਨੇ। ਜਿਹਨੇ ਗੁਰੂ ਨਾਨਕ ਦੇ ਬਚਨ ਬਦਲ ਦਿੱਤੇ ਸਾਡਾ ਕੁਛ ਨਹੀਂ ਲੱਗਦਾ। ਇਹ ਪਾਵਨ ਬਚਨ ਸਾਧ ਸੰਗਤ ਜੀ ਕੱਲ੍ਹ ਦੇ ਪ੍ਰਕਰਣਾਂ 'ਚ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ ਹੇ ਗੋਪਾਲ ਹੇ